ਤੁਸੀਂ ਪਹਿਲਾਂ ਹੀ ਉਦੋਂ ਕਿਹਾ ਸੀਗਾ ਕਿ ਜਿਹੜੇ ਵਿਧਾਇਕ ਮੰਤਰੀ ਬੱਸ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਉਹ ਕੈਪਟਨ ਸਾਹਿਬ ਦੇ ਨਾਲ ਵੀ ਖੜੇ ਹੋਣਗੇ। ਉਸੇ ਤਰ੍ਹਾਂ ਹੀ ਹੋਇਆ ਕਿ ਜਦੋਂ ਵੀ ਕੇਂਦਰ ਕਿਸੇ ਨੂੰ ਇਸ਼ਾਰਾ ਕਰ ਦੂਗਾ ਕਿਸੇ ਬੰਦੇ ਨੂੰ, ਕਿਉਂਕਿ ਤਾਕਤ ਉੱਪਰਲਿਆਂ ਦੇ ਹੱਥ ਹੁੰਦੀ ਆ। ਇਹ ਗੱਡੀਆਂ ਸਿਸਮਾਂ ਜਾਂਦੀਆਂ ਪਟਿਆਲੇ ਮੁੜ ਜਾਣਗੀਆਂ ਤੇ ਉਹ ਵੀ ਮੁੜੀਆਂ। ਜਦੋਂ ਇਹ ਚਲੇ ਗਏ, ਮੈਂ ਕੋਈ ਨਜੂਮੀ ਨਹੀਂ, ਮੈਂ ਕੋਈ ਮਤਲਬ ਪੰਡਤ ਨਹੀਂ ਕਿ ਇਹਨਾਂ ਦੇ ਮਟੇਵੇ ਵੇਖੇ ਨੇ, ਪਰ ਮੈਂ ਇਹਨਾਂ ਦੀ ਫਿਤਰਤ ਜਾਣਦਾ। ਜਿਹੜੇ ਮੰਤਰੀਆਂ ਨੇ ਮੰਗ ਕੀਤੀ ਸੀਗੀ ਕਿ ਮੁੱਖ ਮੰਤਰੀ ਬਦਲਿਆ ਜਾਵੇ, ਉਹ ਕਿਹੜੇ ਇਹੋ ਜਿਹੇ ਪੇਚ ਕੱਸੇ ਗਏ ਉਹਨਾਂ ਦੇ ਕਿ ਉਹ ਹੁਣ ਬੋਲ ਨਹੀਂ? ਤੋਂ ਕਲਰਕਾਂ ਨੇ ਵੀ ਫੋਨ ਨਹੀਂ ਸੁਣਨੇ, ਵੀ ਚੀਫ ਸੈਕਟਰੀ ਵੀ ਉਹਦਾ, ਡੀਜੀਪੀ ਵੀ ਉਹਦਾ, ਤੇ ਮਤਲਬ ਸਾਰੇ ਜਿਹੜੇ ਅਫਸਰ ਉਹਦੇ ਅਧੀਨ, ਮੁੱਖ ਮੰਤਰੀ ਦੇ ਅਧੀਨ ਹੀ ਆਉਣਗੇ ਨਾ, ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਧੀਨ ਤੇ ਆਉਣਗੇ ਨਹੀਂ। ਤੇ ਜਦੋਂ ਉਹਨਾਂ ਦੇ ਪੇਚ ਕੱਸ ਦੇਗਾ ਥੱਲੇ, ਕਲਰਕ ਵੀ ਫੋਨ ਨਹੀਂ ਸੁਣੇਗਾ, ਤੇ ਇਹ ਸਾਰੇ ਵਾਪਸ ਉਹਦੀ ਸ਼ਰਨ ਦੇ ਵਿੱਚ ਜਾਣਗੇ। ਮੈਂ ਉਦੋਂ ਕਿਹਾ ਸੀ ਸਿੱਧੂ ਸਾਹਿਬ, ਹੁਣ ਇਹ ਕਹਿ ਕੇ ਪੱਲਾ ਨਾ ਛਡਾਇਓ ਕਿ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ, ਮੇਰੀ ਕੈਪਟਨ ਨਹੀਂ ਸੁਣਦਾ, ਮੇਰੀ ਬਾਦਲ ਨਹੀਂ ਸੁਣਦਾ। ਸਾਰੀ ਵਿਧਾਨ ਸਭਾ ਤੇ ਤੇਰੀ ਬੱਸ 'ਚ ਬਹਿ ਗਈ ਸੀ। ਹੁਣ ਮੁੱਦੇ ਜਿਹੜੇ ਹੱਲ ਕਰਨ ਦੇ ਵਿੱਚ ਦਿੱਕਤ ਕੀ ਹੈ? ਹੁਣ ਤੁਹਾਨੂੰ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਕੀ ਕਰਨਗੇ? ਕਿਉਂਕਿ ਉਹ ਤਾਂ ਸੁਪਨੇ ਦੇਖ ਰਹੇ ਸੀ ਕਿ 22 ਦੇ ਵਿੱਚ ਸੀਐਮ ਤਾਂ ਮੈਂ ਬਣੂੰਗਾ। ਉਹ ਰੁੱਸ ਕੇ ਬਹਿ ਨਹੀਂ ਜਾਈਦਾ, ਜਿਸ ਤਰ੍ਹਾਂ ਮਤਲਬ ਘਰ ਦੇ ਵਿੱਚ ਜਨਾਨੀ ਨੂੰ ਪੈਸੇ ਨਾ ਦਿੱਤੇ ਜਾਣ ਜਾਂ ਕਿੱਦਾਂ, ਤੇ ਰੁੱਸ ਕੇ ਬਹਿ ਜਾਂਦੀ। ਥੋੜੇ ਦਿਨਾਂ 'ਚ ਫਿਰ ਰੁੱਸਣ ਵਾਲੇ ਨੇ। ਦੂਜੀ ਚੀਜ਼ ਹੈ, ਮੈਨੂੰ ਲੱਗਦਾ ਹੈ ਕਿ ਫਿਰ ਇੱਧਰੋਂ ਡਾਰੀ ਮਾਰ ਕੇ ਇਹ ਗੇਮ ਪਲਾਨ ਸਾਰਾ ਤਿਆਰ ਕਰ ਰਹੇ ਹੋ ਤੁਸੀਂ। ਉਹ ਪ੍ਰਗਟ ਹੋਣਾ ਦੀਆਂ ਸਟੇਟਮੈਂਟ ਵੀ ਸੁਣੀਆਂ ਕਿ ਸ਼ਾਇਦ ਝਾੜੂ ਵਾਲਿਆਂ ਨੂੰ ਕੋਈ ਚਿਹਰਾ ਨਹੀਂ ਲੱਭ ਰਿਹਾ, ਉਹ ਇਹਨਾਂ ਨੂੰ ਮਤਲਬ ਅੱਗੇ ਲਾ ਲੈਣਗੇ। ਇਹ ਇਹਨਾਂ ਦੀ ਫਿਤਰਤ, ਇਹਨਾਂ ਦਾ ਇਹ ਕੁਝ ਨਹੀਂ ਤੁਸੀਂ ਸਮਝ ਸਕਦੇ। ਮੈਂ ਕਹਿੰਦਾ ਵੀ ਸਿੱਧੂ ਸਾਹਿਬ ਨਾ ਮਤਲਬ ਲੋਕਾਂ 'ਚ ਲੈਕਚਰ ਕਰਦੇ ਨੇ ਵੀ ਜਿੱਦਾਂ ਵੀ ਆਕੜ ਇੰਨੀ ਆ ਵੀ ਮੇਰੇ ਪਾਪਾ ਦੀ ਸਾਰੀ ਉਮਰ ਇਦਾਂ ਹੀ ਰਹੇ, ਤੇ ਉਹ ਬਾਅਦ 'ਚੋਂ ਸਾਡੇ ਵਰਗਿਆਂ ਨੂੰ ਪਤਾ ਲੱਗਦਾ ਵੀ ਉਹ ਤਾਂ ਕਦੇ ਆਟੋ ਚਲਾਉਂਦੇ ਰਹੇ ਨੇ ਤੇ ਬਾਹਾਂ ਹੀ ਇਸ ਤਰ੍ਹਾਂ ਦੀਆਂ। ਉਹ ਫੋਕੀ ਆਕੜ ਹੈ ਜਿਹੜੀ, ਜਿੱਥੇ ਹੱਥ ਹੀ ਟਿਕ ਗਏ ਇਹਨਾਂ ਦੇ। नीयत की खराबी है ना, बरकत क्यों नहीं होती? आप ही सिद्धू साहब शेर बोल देंगे ही, तालीम का शोर उतना, तहजीब का गुल इतना, बरकत क्यों नहीं होती? नीयत में खराबी है। हुण नीयत की खराबी है सिद्धू साहब, दसो ना। मैं तुहाडे बारे जे गल्लां कह लवां, सॉरी जे किसी नूं ये मेरे शब्द बुरे लगण, कि सिद्धू साहब दी वो हालत उस कुत्ते कुत्ती वर्गी है कि जिहड़ी सारी उम्र पूछ भी चुक छड्डदी है ते इज्जत भी नहीं बचदी। वो इन्हां दी हालत बनी पई है। कीता की तुसीं टटीरी वेखी है कदी? ਉਹ ਜਦੋਂ ਰਾਤ ਨੂੰ ਸੌਂਦੀ ਹੈ ਨਾ, ਲੱਤਾਂ ਉੱਪਰ ਕਰਕੇ ਸੌਂਦੀ, ਉਹ ਸਮਝਦੀ ਵੀ ਅਸਮਾਨ ਜਿਹੜਾ ਉਹ ਮੇਰੀਆਂ ਲੱਤਾਂ ਦੇ ਨਾਲ ਹੀ ਠੱਲਿਆ ਹੋਇਆ ਤੇ ਮੈਂ ਉਹਨੂੰ ਸਾਂਭਿਆ ਹੋਇਆ। ਉਹ ਹਾਲਤ ਇਹਨਾਂ ਦੀ ਟਟੀਰੀ ਵਰਗੀ ਵੀ ਇਹ ਸਮਝਦੇ ਅਸੀਂ ਬਣਾਇਆ ਹੋਇਆ। ਉਹਨਾਂ ਦੂਜੀ ਬੜਕ ਵੀ ਮਾਰੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਹੁਣ ਲਾਹ ਕੇ ਸਾਹ ਲਵਾਂਗੇ, ਤੇ ਕੈਪਟਨ ਅਮਰਿੰਦਰ ਸਿੰਘ ਲੱਥ ਰਿਹਾ। ਸਾਰੀ ਦੀ ਸਾਰੀ ਟੀਮ ਉਸ ਤਰ੍ਹਾਂ ਦੀ, ਉਹ ਇਕੱਲਾ ਦੋਸ਼ੀ ਨਹੀਂ ਹੈਗਾ। ਵਾਅਦੇ ਤੁਸੀਂ ਪੂਰੇ ਕੀਤੇ ਨਹੀਂ, ਅੱਜ ਹਾਲਾਤ ਇਹ ਬਣੇ ਨੇ ਕਿ ਤੁਸੀਂ ਚਾਹੁੰਦੇ ਹੋ ਕਿ ਸਾਰਾ ਜਿਹੜਾ ਭਾਂਡਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਦੇ ਉੱਤੇ ਭੰਨਿਆ ਜਾਵੇ ਔਰ ਅਸੀਂ ਦੁੱਧ ਧੋਤੇ ਹੋ ਜਾਈਏ। ਉਹ ਦੁੱਧ ਧੋਤੇ ਹੋਇਆ ਨਹੀਂ ਜਾਣਾ। 100 ਦਿਨ ਦੇ ਸਫ਼ਰ ਤੇ ਨਿਕਲੇ ਹੋਏ ਨੇ ਬਾਦਲ ਸਾਹਿਬ, ਤੇ ਗੱਲ ਪੰਜਾਬ ਦੀ ਕਰ ਰਹੇ ਨੇ। ਅਕਾਲੀ ਦਲ ਨੂੰ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਹੋ ਕੀ ਰਿਹਾ ਹੁਣ? ਜਿਹਨੂੰ ਆਮ ਆਦਮੀ ਨਹੀਂ ਲੈ ਰਹੀ ਉਹਨੂੰ ਅਕਾਲੀ ਦਲ ਲੈ ਰਿਹਾ, ਜਿਹਨੂੰ ਅਕਾਲੀ ਦਲ ਨਹੀਂ ਲੈ ਰਿਹਾ ਉਹਨੂੰ ਆਮ ਆਦਮੀ ਲੈ ਰਹੀ ਹੈ। ਇਹੀ ਕੁਝ ਬਣ ਰਿਹਾ ਨਾ। ਇੱਕ ਦੂਜੇ ਦੇ ਸਿਰਫ ਬੰਦੇ ਖਿੱਚਣ ਲਈ ਅਕਾਲੀ ਦਲ ਨੇ ਤੇ ਇਹ ਹਾਲ ਕਰ ਦਿੱਤਾ ਅਕਾਲੀ ਦਲ ਦਾ। 20 ਕਰੋੜ ਰੁਪਏ ਦੀ ਕਣਕ ਇੱਕ ਇੰਸਪੈਕਟਰ ਖਾ ਜੇ ਯਾਰ। ਇੱਕ ਇੰਸਪੈਕਟਰ ਕੋਲ ਇੱਕ ਗਦਾਮ ਨਹੀਂ ਹੁੰਦਾ, ਤੇ ਇੱਕ ਇੰਸਪੈਕਟਰ ਨੂੰ 10 ਗਦਾਮ ਦਿੱਤੇ। ਆ ਜਿਹੜਾ ਮਦਨ ਲਾਲ ਜਲਾਲਪੁਰ ਸੀਗਾ, ਇਹਦਾ ਮਤਲਬ ਨਾਮ ਵੱਜਾ ਕਿ ਇਹਦਾ ਭਾਣਜਾ ਹੈ, ਤੇ ਮਦਨ ਲਾਲ ਜਲਾਲਪੁਰ ਦੀ ਅਗਲੇ ਦਿਨ ਸਟੇਟਮੈਂਟ ਆਉਂਦੀ ਆ, ਮੇਰਾ ਭਾਂਜਾ ਨਹੀਂ ਹੈਗਾ, ਮੇਰਾ ਨਾਂ ਬਦਨਾਮ ਕੀਤਾ ਜਾ ਰਿਹਾ, ਮੈਂ ਕੇਸ ਕਰੂੰਗਾ। ਮੈਂ ਉਹਨੂੰ ਚੈਲੰਜ ਕਰਦਾ, ਲੈ ਕਰ ਮੇਰੇ ਤੇ ਕੇਸ। ਉਸੇ ਘਰ 'ਚ ਰਹਿੰਦਾ ਜਿਹਦੇ 'ਚ ਤੇਰਾ ਭਾਂਜਾ ਰਹਿੰਦਾ। ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਲਗਾਤਾਰ ਬਦਲਦੇ ਜਾ ਰਹੇ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਵੀ ਬਹੁਤ ਕਾਟੋ ਕਲੇਸ਼ ਚੱਲ ਰਿਹਾ, ਜਿਹੜਾ ਪਹਿਲਾਂ ਵੀ ਚੱਲ ਰਿਹਾ ਸੀਗਾ, ਪਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਉਸ ਤੋਂ ਬਾਅਦ ਬਣਾ ਦਿੱਤਾ ਸੀਗਾ, ਜਿਸ ਤੋਂ ਬਾਅਦ ਲੱਗਦਾ ਸੀਗਾ ਕਿ ਜਿੰਨਾ ਕਲੇਸ਼ ਹੈ ਉਹ ਸਾਰਾ ਖਤਮ ਹੋ ਗਿਆ ਤੇ ਹੁਣ ਕਾਂਗਰਸ ਲੋਕਾਂ ਦਾ ਭਲਾ ਕਰੇਗੀ। ਲੋਕਾਂ ਦੇ ਮੁੱਦੇ ਜਿਹੜੇ ਸੀਗੇ, ਲੋਕਾਂ ਦੇ ਜ਼ਰੂਰਤਾਂ ਸੀਗੀਆਂ ਜਿਹੜੀਆਂ, ਉਹ ਹੁਣ ਕਾਂਗਰਸ ਪੂਰੀ ਕਰੇਗੀ। ਪਰ ਫਿਰ ਕਾਟੋ ਕਲੇਸ਼ ਜਿਹੜਾ ਵੱਧ ਗਿਆ ਹੋਇਆ, ਮੁੱਖ ਮੰਤਰੀ ਬਦਲਣ ਤੱਕ ਦੀ ਮੰਗ ਉੱਠ ਗਈ ਸੀਗੀ, ਅਤੇ ਜਿਹੜੇ MLA, ਜਿਹੜੇ ਵਿਧਾਇਕ, ਜਿਹੜੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬੱਸ ਦੇ ਵਿੱਚ ਉਦੋਂ ਸੀਗੇ ਜਦੋਂ ਪ੍ਰਧਾਨ ਬਣੇ ਸੀਗੇ, ਉਹ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੁਣ ਪਹੁੰਚ ਗਏ ਨੇ, ਤੇ ਸਾਰਿਆਂ ਦੇ ਨਾਲ ਹੁਣ ਫੋਟੋਆਂ ਵੀ ਆ ਰਹੀਆਂ ਨੇ। ਤਾਂ ਜਦੋਂ ਇਹ ਸਭ ਦੀ ਸ਼ੁਰੂਆਤ ਹੋਈ ਸੀ, ਨਵਜੋਤ ਸਿੰਘ ਸਿੱਧੂ ਹੋਰੀ ਪ੍ਰਧਾਨ ਬਣੇ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ, ਤਾਂ ਉਦੋਂ ਮਨਦੀਪ ਸਿੰਘ ਮੰਨਾ ਹੋਰਾਂ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ ਕੁਝ ਦਿਨਾਂ ਬਾਅਦ ਜਿਹੜੇ MLA, ਜਿਹੜੇ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਬੱਸ ਦੇ ਵਿੱਚ ਨੇ, ਉਹ ਥੋੜੇ ਦਿਨਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੀ ਖੜੇ ਹੋਣਗੇ। ਤਾਂ ਉਸੇ ਤਰ੍ਹਾਂ ਹੋਇਆ, ਤੇ ਅੱਜ ਵੀ ਸਾਡੇ ਨਾਲ ਮਨਦੀਪ ਸਿੰਘ ਮੰਨਾ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਸਰ, ਤੁਸੀਂ ਪਹਿਲਾਂ ਹੀ ਉਦੋਂ ਕਿਹਾ ਸੀਗਾ ਕਿ ਜਿਹੜੇ ਵਿਧਾਇਕ ਮੰਤਰੀ ਬੱਸ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ, ਉਹ ਕੈਪਟਨ ਸਾਹਿਬ ਦੇ ਨਾਲ ਵੀ ਖੜੇ ਹੋਣਗੇ। ਉਸੇ ਤਰ੍ਹਾਂ ਹੀ ਹੋਇਆ। ਦੇਖੋ, ਮੈਂ ਇਹਨਾਂ ਦੀਆਂ ਦੋ ਭਵਿੱਖਬਾਣੀਆਂ ਕੀਤੀਆਂ। ਇੱਕ ਤਾਂ ਮੈਂ ਕਿਹਾ ਸੀਗਾ ਕਿ ਜਦੋਂ ਵੀ ਕੇਂਦਰ ਕਿਸੇ ਨੂੰ ਇਸ਼ਾਰਾ ਕਰ ਦੂਗਾ ਕਿਸੇ ਬੰਦੇ ਨੂੰ, ਕਿਉਂਕਿ ਤਾਕਤ ਉੱਪਰਲਿਆਂ ਦੇ ਹੱਥ ਹੁੰਦੀ ਆ, ਇਹ ਗੱਡੀਆਂ ਸਿਸਮਾਂ ਜਾਂਦੀਆਂ ਪਟਿਆਲੇ ਮੁੜ ਜਾਣਗੀਆਂ ਤੇ ਉਹ ਵੀ ਮੁੜੀਆਂ।
ਜਦੋਂ ਇਹ ਚਲੇ ਗਏ ਮੈਂ ਕੋਈ ਨਜੂਮੀ ਨਹੀਂ, ਮੈਂ ਕੋਈ ਮਤਲਬ ਪੰਡਤ ਨਹੀਂ ਕਿ ਇਹਨਾਂ ਦੇ ਮੈਂ ਟੇਵੇ ਵੇਖੇ ਨੇ, ਪਰ ਮੈਂ ਇਹਨਾਂ ਦੀ ਫਿਤਰਤ ਜਾਣਦਾ। ਮੈਂ ਉਦੋਂ ਵੀ ਕਿਹਾ ਸੀਗਾ ਕਿ ਹੁਣ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਸਿੱਧੂ ਦੀ ਬੱਸ 'ਚ ਸਵਾਰ ਹੋਏ ਨੇ, 15 ਦਿਨਾਂ ਦੇ ਵਿੱਚ ਉਹ ਬੰਦਾ ਇਹਨਾਂ ਦੇ ਇਹੋ ਜਿਹੇ ਪੇਚ ਕੱਸੇਗਾ, ਇਹਨਾਂ ਦੇ ਕਾਰੋਬਾਰ ਬੰਦ ਕਰਾਏਗਾ। ਕਾਰੋਬਾਰ ਤੇ 2 ਨੰਬਰ ਦੇ ਚੱਲਦੇ ਨੇ, ਜਿੰਨੇ ਐਮਐਲਏ ਨੇ, ਕਿਸੇ ਦੀ ਰੇਤਾ ਵਿਕਦੀ, ਕਿਸੇ ਦੀ ਸ਼ਰਾਬ ਵਿਕਦੀ, ਕਿਸੇ ਦੀ ਟਰਾਂਸਪੋਰਟ ਚੱਲਦੀ ਹੈ, ਤੇ ਕਿਸੇ ਦੀ ਰੋਜੀ ਰੋਟੀ ਥਾਣਿਆਂ ਤੋਂ ਚੱਲਦੀ ਹੈ ਵੀ ਕਬਜ਼ਾ ਕਰਾ ਲੇ ਤੇ ਕਿਸੇ ਨੂੰ ਫੜਾ ਦੇ ਤੇ ਕਿਸੇ ਨੂੰ ਛਡਾ ਦੇ। ਜਦੋਂ ਕਲਰਕਾਂ ਨੇ ਵੀ ਫੋਨ ਨਹੀਂ ਸੁਣਨੇ, ਵੀ ਚੀਫ ਸੈਕਟਰੀ ਵੀ ਉਹਦਾ, ਡੀਜੀਪੀ ਵੀ ਉਹਦਾ, ਤੇ ਮਤਲਬ ਸਾਰੇ ਜਿਹੜੇ ਅਫਸਰ ਉਹਦੇ ਅਧੀਨ, ਮੁੱਖ ਮੰਤਰੀ ਦੇ ਅਧੀਨ ਹੀ ਆਉਣਗੇ ਨਾ, ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਧੀਨ ਤੇ ਆਉਣਗੇ ਨਹੀਂ। ਤੇ ਜਦੋਂ ਉਹਨਾਂ ਦੇ ਪੇਚ ਕੱਸ ਦੇਗਾ ਥੱਲੇ, ਕਲਰਕ ਵੀ ਫੋਨ ਨਹੀਂ ਸੁਣੇਗਾ, ਤੇ ਇਹ ਸਾਰੇ ਵਾਪਸ ਉਹਦੀ ਸ਼ਰਨ ਦੇ ਵਿੱਚ ਜਾਣਗੇ। ਔਰ 4-5 ਦਿਨ ਪਹਿਲਾਂ ਤੁਸੀਂ ਦੇਖਿਆ ਕਿ ਜਿੱਦਾਂ ਰਾਣੇ ਸੋਢੀ ਨੇ ਡਿਨਰ ਕੀਤਾ, ਤੁਸੀਂ ਕੀ ਸਮਝਦੇ ਹੋ ਕਿ ਉਹ ਰਾਣੇ ਸੋਢੀ ਦੇ ਕਹਿਣ ਦੇ ਉੱਤੇ ਗਏ ਨੇ ਇਸ ਤਰੀਕੇ? ਤੇ ਫਿਰ ਰਾਣਾ ਮੁੱਖ ਮੰਤਰੀ ਆਪ ਬਣ ਜਾਣਾ ਚਾਹੀਦਾ। ਉਹ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਬੁਲਾਵੇ ਦੇ ਉੱਤੇ ਉਹਨੂੰ ਹਾਜ਼ਰੀ ਭਰਨ, ਤੇ ਜਿਹੜੇ ਉਹਨੂੰ ਗੱਲਾਂ ਕਰਦੇ ਸੀ ਉਹਦੇ ਤੁਸੀਂ ਗੋਡੇ ਘੁੱਟਦੇ ਵੇਖੇ ਨੇ। ਕੇਵਲ ਉਹ ਬੰਦੇ ਨਹੀਂ ਗਏ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੂੰਹ ਨਹੀਂ ਲਾਇਆ, ਜਿਨ੍ਹਾਂ ਦੇ ਖਿਲਾਫ ਉਹ ਕਾਰਵਾਈ ਕਰਨ ਦੇ ਮੂਡ ਦੇ ਵਿੱਚ ਆ। ਤੇ ਹਾਲਾਤ ਤੁਹਾਡੇ ਸਾਹਮਣੇ ਅੱਜ ਵੀ ਤਾਂ ਤੁਸੀਂ ਸਾਰੇ ਕਲੀਅਰ ਹੋ ਗਏ। ਹਰ ਬੰਦਾ ਇੱਥੇ ਆਪੋ ਆਪਣੀ ਕੁਰਸੀ ਬਚਾਉਣ ਦੀ ਗੱਲ ਕਰ ਰਿਹਾ। ਗੱਲ ਤੁਸੀਂ ਕਰ ਰਹੇ ਹੋ, ਪੰਜਾਬ ਦੇ ਬਾਰੇ ਸੋਚ ਕੌਣ ਰਿਹਾ? ਪੰਜਾਬ ਨੂੰ ਨਿਆਂ ਦਿਵਾਉਣ ਦੀਆਂ ਗੱਲਾਂ ਕੌਣ ਕਰਦਾ? ਵਾਅਦੇ ਤੇ ਵੱਡੇ ਵੱਡੇ ਕੀਤੇ ਜਾਂਦੇ ਨੇ, ਜਿੱਦਾਂ ਸਿੱਧੂ ਸਾਹਿਬ ਨੇ ਵੀ ਕਿਹਾ ਸੀ, ਇਹ ਕਰ ਦੂੰ ਮੈਂ, ਉਹ ਕਰ ਦੂੰਗਾ। ਦੇਖੋ, ਪ੍ਰਧਾਨ ਬਣਨਾ ਸੀ ਤੇ ਸਾਰੇ ਐਮਐਲਏਜ਼ ਦੀ ਬਾਰ-ਬਾਰ ਗੱਲਾਂ ਦੁਹਰਾਉਣ ਦਾ ਫਾਇਦਾ ਨਹੀਂ ਕਿ ਸਾਰੇ ਐਮਐਲਏ ਦੀ ਲੌਬਿੰਗ ਕੀਤੀ ਗਈ ਸਾਰ ਨਵਜੋਤ ਸਿੰਘ ਸਿੱਧੂ ਵੱਲੋਂ। ਮੈਂ ਉਦੋਂ ਕਿਹਾ ਸੀ, ਸਿੱਧੂ ਸਾਹਿਬ ਹੁਣ ਇਹ ਕਹਿ ਕੇ ਪੱਲਾ ਨਾ ਛਡਾਇਓ ਕਿ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ, ਮੇਰੀ ਕੈਪਟਨ ਨਹੀਂ ਸੁਣਦਾ, ਮੇਰੀ ਬਾਦਲ ਨਹੀਂ ਸੁਣਦਾ। ਸਾਰੀ ਵਿਧਾਨ ਸਭਾ ਤੇ ਤੇਰੀ ਬੱਸ 'ਚ ਬਹਿ ਗਈ ਸੀ। ਹੁਣ ਮੁੱਦੇ ਜਿਹੜੇ ਹੱਲ ਕਰਨ ਦੇ ਵਿੱਚ ਦਿੱਕਤ ਕੀ ਹੈ? ਹੁਣ ਉਹ ਮੁੱਦੇ ਹੱਲ ਹੋਣੇ ਚਾਹੀਦੇ ਨੇ, ਪਰ ਰਿਜ਼ਲਟ ਕੁਛ ਵੀ ਨਹੀਂ। ਇੱਕ ਦੂਜੇ ਨੂੰ ਗਾਲਾਂ ਕੱਢੀ ਜਾ ਰਹੇ ਨੇ। ਉਹ ਉਹਦੀ ਇੱਟ ਨਾਲ ਇੱਟ ਖੜਕਾਉਣ ਦੀਆਂ ਗੱਲਾਂ ਕਰਦਾ, ਉਹ ਥੋੜਾ ਸਿਆਣਾ ਪੋਲੀਟੀਸ਼ੀਅਨ ਹੈ, ਪੁਰਾਣਾ ਮੰਜਿਆ ਹੋਇਆ ਸਿਆਸਤਦਾਨ ਹੈ ਕੈਪਟਨ ਅਮਰਿੰਦਰ ਸਿੰਘ। ਉਹ ਆਪਣੇ ਤਰੀਕੇ ਨਾਲ ਠਿੱਬੀ ਲਾਉਣ ਦੀਆਂ, ਜਿਵੇਂ ਉੱਥੇ ਉਹਨੇ ਲੈਕਚਰ ਕੀਤਾ, ਆਪਣੇ ਆਪ ਨੂੰ ਲੋਕਾਂ ਸਾਹਮਣੇ ਚੰਗਾ ਪੇਸ਼ ਕੀਤਾ ਤੇ ਸਿੱਧੂ ਦਾ ਜਲੂਸ ਕਢਾਇਆ। ਹੋ ਤੇ ਇਹੀ ਕੁਛ ਰਿਹਾ ਕਿ ਪੰਜਾਬ ਦਾ ਨੁਕਸਾਨ ਅੱਜ ਹੁਣ ਉਹ ਬਚ ਗਿਆ। ਅੱਜ ਮਾਫੀਆਜ਼ ਟੁੱਟ ਗਏ। ਮੈਂ ਕਿਹਾ ਸੀ, ਸਿੱਧੂ ਸਾਹਿਬ ਜਿਨ੍ਹਾਂ ਨੂੰ ਤੁਸੀਂ ਰੇਤ ਮਾਫੀਆ, ਜਿਨ੍ਹਾਂ ਨੂੰ ਤੁਸੀਂ ਲੈਂਡ ਮਾਫੀਆ, ਲਿੱਕਰ ਮਾਫੀਆ ਕਹਿੰਦੇ ਹੋ, ਉਹ ਬੰਦੇ ਤੁਹਾਡੀ ਬੱਸ ਦੇ ਵਿੱਚ ਸਵਾਰ ਹੋ ਗਏ। ਇਹਦੇ ਬਾਰੇ ਮੈਨੂੰ ਨਾ ਇੱਕ ਗੱਲ ਯਾਦ ਆਉਂਦੀ, ਮੈਂ ਅਕਾਲੀ ਦਲ 'ਚ ਸੀਗਾ, ਸਰ ਪ੍ਰਕਾਸ਼ ਸਿੰਘ ਬਾਦਲ ਇੱਕ ਸਟੇਜ ਤੋਂ ਇੱਕ ਲੈਕਚਰ ਦਿੰਦੇ ਸੀਗੇ, ਔਰ ਉਹਨਾਂ ਦੀ ਗੱਲ ਸੁਣ ਕੇ ਵੀ ਨੁਕਸਾਨ ਤੇ ਅੱਜ ਵੀ ਉੱਦਾਂ ਹੋ ਰਿਹਾ। ਉਹਦੇ ਤੇ ਉਹ ਢੁੱਕਦੀ ਹੈ ਕਿ ਕਿਸੇ ਲਾਲੇ ਦੀ ਦੁਕਾਨ ਦੇ ਉੱਤੇ ਚੋਰੀ ਹੋ ਗਈ, ਤੇ ਉਹ ਕਰਿਆਨੇ ਦਾ ਸਟੋਰ ਸੀਗਾ, ਪ੍ਰੋਵੀਜ਼ਨ ਸਟੋਰ ਸੀਗਾ, ਉੱਥੇ ਚੋਰੀ ਹੋ ਗਈ ਬੜੀ ਵੱਡੀ। ਤੇ ਆਂਦੇ ਮੈਂ ਵੀ ਉੱਥੇ ਪਤਾ ਲੈਣ ਚੱਲ ਗਿਆ ਵੀ ਲਾਲਾ ਜੀ ਨੁਕਸਾਨ ਕਿੰਨਾ ਕੁ ਹੋਇਆ। ਕਰਿਆਨੇ ਦੀ ਦੁਕਾਨ ਸੀ, ਪੰਜਾਬੀ ਬੰਦੇ ਹੱਥ ਦੇ ਨੂੰ ਚੱਲੇ ਰਹਿੰਦੇ ਨਹੀਂ। ਲਾਗੇ ਬਦਾਮ ਪਏ ਸੀ ਤੇ ਫੱਕਾ ਫੜ ਕੇ ਤੇ ਮੂੰਹ 'ਚ ਮਾਰ ਲਿਆ, ਹੱਥ ਨਹੀਂ ਰਹਿ ਸਕਦੇ। ਲਾਗੇ ਕਾਜੂ ਪਏ ਸੀ ਤੇ ਮੈਂ ਫੱਕਾ ਮੂੰਹ ਨੂੰ ਮਾਰ ਲਿਆ। ਤੇ ਲਾਲਾ ਜੀ ਨੂੰ ਪੁੱਛੀ ਜਾਵਾਂ ਵੀ ਲਾਲਾ ਜੀ ਨੁਕਸਾਨ ਕਿੰਨਾ ਕੁ ਹੋਇਆ? ਤੇ ਲਾਲਾ ਜੀ ਅੱਗੋਂ ਮਤਲਬ ਕਲਪੇ ਪਏ ਸੀ ਵੀ ਜਿਹੜਾ ਆਉਂਦਾ ਕਦੀ ਬਦਾਮਾਂ ਨੂੰ ਹੱਥ ਪਾਉਂਦਾ, ਕਦੀ ਕਾਜੂਆਂ ਨੂੰ ਹੱਥ ਪਾਉਂਦਾ, ਜਿਹਦਾ ਜੋ ਦਾ ਲੱਗਦਾ ਉਹ ਕਰੀ ਜਾਂਦਾ। ਉਹ ਲਾਲੇ ਨੇ ਅੱਗੋਂ ਜਵਾਬ ਦਿੱਤਾ, ਜੀ ਨੁਕਸਾਨ ਤੇ ਅਜੇ ਵੀ ਹੋਈ ਹੀ ਜਾ ਰਿਹਾ। ਸੋ ਹਾਲ ਜਿਹੜਾ ਉਹ ਪੰਜਾਬ ਦਾ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਬਣ ਗਿਆ ਵੀ ਨੁਕਸਾਨ ਤੇ ਅਜੇ ਵੀ ਹੋਈ ਜਾ ਰਿਹਾ। ਹੁਣ ਕਿਹੜੇ ਮਾਫੀਆਜ਼ ਟੁੱਟ ਗਏ ਨੇ? ਹੁਣ ਤੁਸੀਂ ਲੋਕਾਂ ਨੂੰ ਕੀ ਬੰਦ ਕਰਾਉਣਾ ਚਾਹੁੰਦੇ ਸੀ? ਹੁਣ ਸਿੱਧੂ ਸਾਹਿਬ ਨੇ ਆਪਣੇ ਇੱਕ ਸਲਾਹਕਾਰ ਬਣਾਏ ਨੇ। ਮੈਂ ਬਹੁਤੇ ਸਲਾਹਕਾਰ ਨਹੀਂ ਗਿਣਦਾ ਜੋ ਉਹਨਾਂ ਦੀ ਹਾਲਤ ਕਰਦੀ, ਇਹਨਾਂ ਨੂੰ ਸਵਾਹ ਖਿਲਾਰ ਕਹੂੰਗਾ ਮੈਂ, ਬੜੀ ਸਵਾਹ ਖਿਲਾਰੀ ਇਹਨਾਂ ਨੇ। ਇੱਕ ਸਲਾਹਕਾਰ ਇਹਨਾਂ ਪੜ੍ਹੇ ਲਿਖੇ ਬਣਾਏ ਆਪਣੇ, ਉਹ ਮੁਹੰਮਦ ਮੁਸਤਫਾ ਨੇ। ਠੀਕ ਹੈ, ਮਤਲਬ ਬੜੇ ਦਲੇਰ ਅਫਸਰ ਰਹੇ ਨੇ, ਮੈਂ ਜਿੰਨਾ ਕੁ ਉਹਨਾਂ ਨੂੰ ਸੁਣਿਆ ਤੇ ਜਿੰਨਾ ਕੁ ਜਾਣਦਾ, ਬੜੇ ਅੜਬ। ਹੁਣ ਸਿੱਧੂ ਸਾਹਿਬ ਕਹਿੰਦੇ ਨੇ ਕਿ ਬੱਸਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੀਆਂ ਨੇ ਨਜਾਇਜ਼ ਬੱਸਾਂ ਚੱਲ ਰਹੀਆਂ ਨੇ। ਅੱਜ ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਨੂੰ ਤੁਸੀਂ ਆਪਣਾ ਸਲਾਹਕਾਰ ਲਾਇਆ, ਉਹਨਾਂ ਦੀ ਵਾਈਫ ਜਿਹੜੀ ਆ ਉਹ ਮਿਨਿਸਟਰ ਹੈ, ਟਰਾਂਸਪੋਰਟ ਮਿਨਿਸਟਰ, ਤੇ ਫਿਰ ਉਹਨੂੰ ਕਹਿ ਕੇ ਬੱਸਾਂ ਕਿਉਂ ਨਹੀਂ ਬੰਦ ਕਰਾਉਂਦੇ? ਫਿਰ ਕਿਉਂ ਨਹੀਂ ਹੋ ਰਿਹਾ? ਮਤਲਬ ਅਮਲ ਕਿਉਂ ਨਹੀਂ ਹੋ ਰਿਹਾ? ਵੀ ਮਤਲਬ ਨੀਅਤ 'ਚ ਖਰਾਬੀ ਹੈ ਨਾ, ਬਰਕਤ ਕਿਉਂ ਨਹੀਂ ਹੋਤੀ? आप ही सिद्धू साहब शेर बोल देंगे ही, तालीम का शोर उतना, तहजीब का गुल इतना, बरकत क्यों नहीं होती? नीयत में खराबी है। हुण नीयत 'ਚ ਕੀ ਖਰਾਬੀ ਹੈ ਸਿੱਧੂ ਸਾਹਿਬ ਦੱਸੋ ਨਾ। ਤੁਸੀਂ ਸਿਰਫ ਰੌਲਾ ਪਾਉਣ ਵਾਲੇ ਹੋ। ਮੈਂ ਤੁਹਾਡੇ ਬਾਰੇ ਜੇ ਗੱਲਾਂ ਕਹਿ ਲਵਾਂ, ਸੌਰੀ ਜੇ ਕਿਸੇ ਨੂੰ ਇਹ ਮੇਰੇ ਸ਼ਬਦ ਬੁਰੇ ਲੱਗਣ, ਕਿ ਸਿੱਧੂ ਸਾਹਿਬ ਦੀ ਉਹ ਹਾਲਤ ਉਸ ਕੁੱਤੀ ਵਰਗੀ ਹੈ ਕਿ ਜਿਹੜੀ ਸਾਰੀ ਉਮਰ ਪੂਛ ਵੀ ਚੁੱਕ ਛੱਡਦੀ ਹੈ ਤੇ ਇੱਜ਼ਤ ਵੀ ਨਹੀਂ ਬਚਦੀ। ਉਹ ਇਹਨਾਂ ਦੀ ਹਾਲਤ ਬਣੀ ਪਈ ਹੈ। ਕੀਤਾ ਕੀ? ਮੈਂ ਤੁਹਾਡੇ ਚੈਨਲ ਦੇ ਉੱਤੇ ਇਹ ਗੱਲ ਕਹੀ ਸੀ ਕਿ ਸਿੱਧੂ ਸਾਹਿਬ ਬੜੀ ਹਾਈ ਸਪੀਡ ਗੱਡੀ ਨੇ, ਮਤਲਬ ਵੀ ਬਹੁਤ ਜ਼ਿਆਦਾ ਇਹਨਾਂ ਦੀ ਸਪੀਡ ਹੈ, ਔਰ ਬ੍ਰੇਕ ਇਹਨਾਂ ਦੀ ਇੰਨੀ ਹੈ ਕਿਸੇ 'ਚ ਵੱਜੇ ਹੀ ਲਓ। ਆ ਰੋਜ਼ ਹੀ ਇਹਨਾਂ ਦਾ ਐਕਸੀਡੈਂਟ ਹੋ ਰਿਹਾ ਕਿਤੇ ਨਾ ਕਿਤੇ। ਇਹ ਹਾਲਾਤ ਨੇ, ਕੋਈ ਫਾਇਦਾ ਤੇ ਦੱਸੋ ਨਾ। ਮੈਂ ਕਿਹੜੀ ਪਾਰਟੀ ਪੰਜਾਬ ਦਾ ਫਾਇਦਾ ਕਰਨਾ ਚਾਹੁੰਦੀ ਹੈ? ਮਤਲਬ ਰੋਣਾ ਆ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ। ਜਾਈਏ ਕਿੱਥੇ? ਮਤਲਬ ਆਕੜ ਤੁਹਾਡੀ ਫੋਕੀ ਆ ਸਿੱਧੂ ਸਾਹਿਬ, ਤੇ ਕੰਮ ਤੇ ਤੁਸੀਂ ਕੋਈ ਮਤਲਬ ਕਰ ਨਹੀਂ ਰਹੇ ਚੱਜ ਦਾ, ਤੇ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਵੱਡੀਆਂ। ਔਰ ਮੈਂ ਜੇ ਹਾਸੀਆਂ ਖੇਡੀਆਂ ਕਰ ਲਈਆਂ ਜੇ ਇਹਨਾਂ ਵਾਂਗੂ, ਇਹਨਾਂ ਦਾ ਕੱਪਲ ਦਾ ਸ਼ੋਅ ਹੀ ਆ, ਤੇ ਫਿਰ ਮੈਂ ਕਹਿੰਦਾ ਵੀ ਸਿੱਧੂ ਸਾਹਿਬ ਨਾ ਮਤਲਬ ਲੋਕਾਂ 'ਚ ਲੈਕਚਰ ਕਰਦੇ ਨੇ ਵੀ ਜਿੱਦਾਂ ਵੀ ਆਕੜ ਇੰਨੀ ਆ ਵੀ ਮੇਰੇ ਪਾਪਾ ਦੀ ਸਾਰੀ ਉਮਰ ਇਦਾਂ ਹੀ ਰਹੇ, ਤੇ ਉਹ ਬਾਅਦ 'ਚੋਂ ਸਾਡੇ ਵਰਗਿਆਂ ਨੂੰ ਪਤਾ ਲੱਗਦਾ ਵੀ ਉਹ ਤਾਂ ਕਿਤੇ ਆਟੋ ਚਲਾਉਂਦੇ ਰਹੇ ਨੇ ਤੇ ਬਾਹਾਂ ਹੀ ਇਸ ਤਰ੍ਹਾਂ ਰਹੀਆਂ। ਉਹ ਫੋਕੀ ਆਕੜ ਹੈ ਜਿਹੜੀ, ਜਿੱਥੇ ਹੱਥ ਹੀ ਟਿਕ ਗਏ ਇਹਨਾਂ ਦੇ। ਸੋ ਸੁਹਿਰਦ ਕੋਈ ਨਹੀਂ ਹੈਗਾ ਪੰਜਾਬ ਲਈ। ਇਹ ਦੁੱਖ ਲੱਗ ਰਿਹਾ।
ਤੇ ਹੁਣ ਜਿਹੜੇ ਮੰਤਰੀਆਂ ਨੇ ਮੰਗ ਕੀਤੀ ਸੀਗੀ ਕਿ ਮੁੱਖ ਮੰਤਰੀ ਬਦਲਿਆ ਜਾਵੇ, ਉਹ ਕਿਹੜੇ ਇਹੋ ਜਿਹੇ ਪੇਚ ਕੱਸੇ ਗਏ ਉਹਨਾਂ ਦੇ ਕਿ ਉਹ ਹੁਣ ਬੋਲ ਨਹੀਂ ਰਹੇ? ਮੈਂ ਸਨਮ ਜੀ ਇਹ ਵੀ ਵਹਿਮ ਅੱਜ ਉਹਨਾਂ ਮੰਤਰੀਆਂ ਦਾ ਕੱਢ ਦੇਵਾਂ। ਉਹ ਕੀ ਸਮਝਦੇ ਨੇ ਕਿ ਅਸੀਂ ਸਿੱਧੂ ਨੂੰ ਪ੍ਰਧਾਨ ਅਸੀਂ ਬਣਾਇਆ। ਇਹ ਬੜਾ ਵੱਡਾ ਵਹਿਮ ਹੈ ਉਹਨਾਂ ਨੂੰ, ਉਹਨਾਂ ਸਾਰੇ ਮੰਤਰੀਆਂ ਨੂੰ ਮੈਂ ਕਹਿਣਾ ਚਾਹੁੰਦਾ। ਜਿਹੜੀ ਮਾਝਾ ਬ੍ਰਿਗੇਡ ਬਣੀ ਫਿਰਦੀ ਹੈ ਨਾ, ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਸੇ ਵੇਲੇ ਇਦਾਂ ਹੀ ਚੜਾਇਆ ਸੀਗਾ। ਇਹ ਨੈਸ਼ਨਲ ਲੈਵਲ ਦੀ ਪਾਰਟੀ ਹੈ, ਇਹ ਕੇਂਦਰ ਤੋਂ ਬਿਨਾ ਚੱਲ ਨਹੀਂ ਸਕਦੀ। ਜਿਹੜੀ ਇਹਨਾਂ ਦੀ ਕੇਂਦਰ ਲੀਡਰਸ਼ਿਪ ਹੈ, ਪ੍ਰਧਾਨ ਤੇ ਬਣਾਇਆ ਇਹਨੂੰ ਕੇਂਦਰ ਨੇ। ਸਿਰਫ ਇਹਨਾਂ ਨੂੰ ਘੋੜੇ ਬਣਾ ਕੇ ਮੋਹਰੇ ਬਣਾ ਕੇ ਵਰਤਿਆ ਗਿਆ। ਕਾਰਨ ਕੀ ਸੀਗਾ? ਸਿੱਧੂ ਮੰਨੇ ਜਾਂ ਨਾ ਮੰਨੇ, ਸਿੱਧੂ ਨੂੰ ਕਾਂਗਰਸ ਨੇ ਇੱਕ ਟਰੈਪ 'ਚ ਫਸਾਇਆ, ਜਾਲ 'ਚ, ਜਿੱਦਾਂ ਸ਼ਿਕਾਰੀ ਫਸਾਉਂਦਾ ਨਹੀਂਗਾ। ਹਾਲਾਤ ਇਹ ਬਣ ਚੁੱਕੇ ਸੀਗੇ ਕਿ ਜੇ ਸਿੱਧੂ ਉਦੋਂ ਸੈਟੀਸਫਾਈ ਨਾ ਹੁੰਦਾ, ਸਿੱਧੂ ਸਾਹਿਬ ਨੂੰ ਕੋਈ ਚੱਜ ਦਾ ਮਰਜ਼ੀ ਦਾ ਮਹਿਕਮਾ ਨਾ ਮਿਲਦਾ ਜਾਂ ਪ੍ਰਧਾਨਗੀ ਨਾ ਮਿਲਦੀ, ਤੇ ਸਿੱਧੂ ਸਾਹਿਬ ਆਪ 'ਚ ਛਾਲ ਮਾਰਨ ਦੀ ਤਿਆਰੀ 'ਚ ਸੀਗੇ। ਲਾਸਟ ਟਵੀਟ ਤੁਸੀਂ ਦੇਖੇ ਨਾ ਕਿ ਉਹਨਾਂ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਹੜੇ ਦਿੱਲੀ ਕਾਂਗਰਸ ਚਲਾਉਂਦੇ ਨੇ ਜਾਂ ਦਿੱਲੀ ਨੈਸ਼ਨਲ ਪਾਰਟੀਆਂ ਚੱਲਦੀਆਂ ਨੇ ਬੀਜੇਪੀ, ਉਹਨਾਂ ਦੇ ਪਿੱਛੇ ਵੱਡੇ ਵੱਡੇ ਦਿਮਾਗ ਕੰਮ ਕਰਦੇ ਨੇ। ਉਹਨਾਂ ਇਹਨਾਂ ਨੂੰ ਜਾਲ 'ਚ ਫਸਾ ਕੇ ਤੇ ਪ੍ਰਧਾਨ ਬਣਾ ਦਿੱਤਾ, ਔਰ ਪਤਾ ਉਹਨਾਂ ਨੂੰ ਵੀ ਸੀ ਵੀ ਇਹਨਾਂ ਕਾਢ ਨਹੀਂ ਕੱਢਣੀ। ਔਰ ਇਹ ਬਣੇ ਤੇ ਕੇਂਦਰ ਦੀ ਮਤਲਬ ਮਰਜ਼ੀ ਦੇ ਨਾਲ ਨੇ। ਇਹਨਾਂ ਨੂੰ ਆਪ 'ਚ ਉਹਨਾਂ ਨੇ ਜਾਣੋਂ ਰੋਕਿਆ ਤੇ ਅਲੱਗ ਪਾਰਟੀ ਬਣਾਉਣੋਂ ਰੋਕਿਆ। ਤੇ ਇਹ ਜਿਹੜੀ ਮੰਡੀਰ ਸਮਝਦੀ ਹੈ ਨਾ, ਜਿਹੜੇ ਮੰਡੀਰ ਤੇ ਇਹਨਾਂ ਨੂੰ ਕਹਿੰਦਾ, ਜਿਹੜੇ ਅੱਜ ਕੈਪਟਨ ਤੇ ਇਕੱਲੇ ਤੇ ਦੋਸ਼ ਲਾਉਂਦੇ ਨੇ, ਤੁਸੀਂ ਵੀ ਤੇ ਨਾਲ ਹੀ ਚੋਰ ਹੋ ਨਾ ਉਹਦੇ। ਉਹ ਸਮਝਦੇ ਨੇ ਪ੍ਰਧਾਨ ਅਸੀਂ ਬਣਾਇਆ। ਔਰ ਉਹਨਾਂ ਦੀ ਹਾਲਤ ਪਤਾ ਕੀ ਹੈ? ਤੁਸੀਂ ਟਟੀਰੀ ਵੇਖੀ ਹੈ ਕਦੀ? ਉਹ ਜਦੋਂ ਰਾਤ ਨੂੰ ਸੌਂਦੀ ਹੈ ਨਾ, ਲੱਤਾਂ ਉੱਪਰ ਕਰਕੇ ਸੌਂਦੀ, ਉਹ ਸਮਝਦੀ ਵੀ ਅਸਮਾਨ ਜਿਹੜਾ ਉਹ ਮੇਰੀਆਂ ਲੱਤਾਂ ਦੇ ਨਾਲ ਹੀ ਠੱਲਿਆ ਹੋਇਆ ਤੇ ਮੈਂ ਉਹਨੂੰ ਸਾਂਭਿਆ ਹੋਇਆ। ਉਹ ਹਾਲਤ ਇਹਨਾਂ ਦੀ ਟਟੀਰੀ ਵਰਗੀ ਵੀ ਇਹ ਸਮਝਦੇ ਅਸੀਂ ਬਣਾਇਆ ਹੋਇਆ। ਉਹਨਾਂ ਦੂਜੀ ਬੜਕ ਵੀ ਮਾਰੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਹੁਣ ਲਾਹ ਕੇ ਸਾਹ ਲਵਾਂਗੇ, ਤੇ ਕੈਪਟਨ ਅਮਰਿੰਦਰ ਸਿੰਘ ਲੱਥ ਰਿਹਾ। ਹਰੀਸ਼ ਰਾਵਤ ਨੇ ਸਟੇਟਮੈਂਟ ਦੇ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਹੀ ਅਗਲੀ ਜਿਹੜੀ ਚੋਣ ਇਹਦੀ ਅਗਵਾਈ 'ਚ ਲੜੀ ਜਾਓ। ਮੈਨੂੰ ਨਹੀਂ ਪਤਾ ਉਹਦੀ ਅਗਵਾਈ 'ਚ ਲੜੀ ਜਾਣੀ ਕਿ ਨਹੀਂ, ਪਰ ਦੇਖੋ ਉਸ ਬੰਦੇ ਨੂੰ ਮੈਨੇਜ ਕਰਨਾ ਆਉਂਦਾ। ਉਹਦਾ ਕੱਦ ਐਡਾ ਵੱਡਾ ਹੈ ਵੀ ਉਹ ਸਿਆਸਤ ਦੀ ਯੂਨੀਵਰਸਿਟੀ ਐਡੀ ਵੱਡੀ ਹੈ। ਉਹਨੇ ਆਪਣੇ ਹੱਕ 'ਚ ਬਿਆਨ ਦਵਾਇਆ, ਇੱਕ ਦਿਨ 'ਚ ਹੀ ਪਾਲਾ ਬਦਲ ਗਏ ਸਾਰੇ ਐਮਐਲਏ। ਇਹ ਹਾਲਾਤ ਮਤਲਬ ਬਣੇ ਪਏ ਨੇ। ਇਹ ਭੁਲੇਖਾ ਇਹਨਾਂ ਲੋਕਾਂ ਨੂੰ। ਅੱਜ ਇਹ ਕਹਿੰਦੇ ਨੇ ਕਿ ਕੈਪਟਨ ਬਹੁਤ ਮਾੜਾ, ਕੈਪਟਨ ਮਤਲਬ ਕਾਲੀਆਂ ਦੇ ਨਾਲ। ਤ੍ਰਿਪਤ ਹੋਣਾ ਦੀ ਮੈਂ ਇੰਟਰਵਿਊ ਸੁਣਦਾ ਸੀਗਾ ਕਿ ਦੁਬਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ। ਹੁਣ ਮੈਂ ਤ੍ਰਿਪਤ ਰਜਿੰਦਰ ਬਾਜਵੇ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਦੁਬਈ 'ਚ ਮੀਟਿੰਗ ਹੋਈ ਸੀ, ਅਸੀਂ ਉਦੋਂ ਅਕਾਲੀ ਦਲ 'ਚ ਸੀ, ਅਸੀਂ ਸੁਣਦੇ ਸੀਗੇ ਇਹਨਾਂ ਦੀ ਦੁਬਈ ਜਾ ਕੇ ਮੁੱਕ ਚੁੱਕੀ ਹੈ। ਮੈਂ ਤੇ ਅਕਾਲੀ ਦਲ ਛੱਡ ਦਿੱਤਾ ਭਰਾਵਾ ਮਤਲਬ। ਤੇ ਤੈਨੂੰ ਤੇ ਇਹ ਪਤਾ ਸੀਗਾ ਦੁਬਈ 'ਚ ਮੀਟਿੰਗ ਹੋਈ ਹੈ? ਹੁਣ ਇਸ ਸਰਕਾਰ 'ਚ ਤੇ ਹੋਈ ਨਹੀਂ, ਫਿਰ ਤੂੰ ਕੈਪਟਨ ਅਮਰਿੰਦਰ ਸਿੰਘ ਨੂੰ ਜੁਆਇਨ ਕਿਉਂ ਕੀਤਾ? ਫਿਰ ਮਤਲਬ ਉਹਦੀ ਛਤਰ ਛਾਇਆ 'ਚ ਕੰਮ ਕਿਉਂ ਕੀਤਾ? 4 ਸਾਲ ਮਹਿਕਮਾ ਵੀ ਸਾਂਭਿਆ। ਮੈਂ ਉਹੀ ਆ ਰਿਹਾ ਨਾ, 4.5 ਸਾਲ ਉਹਦੇ ਨਾਂ ਦੇ ਉੱਤੇ ਮਲਾਈਆਂ ਖਾ ਕੇ ਅੱਜ ਤੁਸੀਂ ਉਹਨੂੰ ਅੱਖਾਂ ਵਿਖਾਓ। ਇਹ ਫਿਤਰਤ ਹੈ ਤੁਹਾਡੀ, ਤੁਸੀਂ ਤੇ ਮਾਝੇ ਨੂੰ ਦਾਗ ਲਾ ਰਹੇ ਹੋ ਯਾਰ। ਹੁਣ ਕੀਤਾ ਕੀ ਆ ਕੈਪਟਨ ਅਮਰਿੰਦਰ ਸਿੰਘ ਨੇ? ਉਹਦੇ ਚੇਅਰਮੈਨ ਬਦਲ ਦਿੱਤੇ ਟਰਸਟ ਦੇ। ਉਹਦਾ ਇੱਕ ਐਸਐਸਪੀ ਰਿਸ਼ਤੇਦਾਰ ਸੀਗਾ, ਉਹਨੂੰ ਬਦਲ ਦਿੱਤਾ। ਔਰ ਇਹ ਅੱਗੇ ਵੀ ਮੈਂ ਇੱਕ ਦਿਨ ਕਿਹਾ ਸੀ ਕਿ ਜਿੰਨੇ ਵੱਡੇ ਲੋਕ ਹੁੰਦੇ ਨੇ ਨਾ, ਇਹ ਚੀਫ ਮਿਨਿਸਟਰ ਲੈਵਲ ਦੇ, ਜਾਂ ਮਤਲਬ ਜਿਹੜੇ 60-70 ਸਾਲ ਉਮਰ ਪਾਰ ਕਰ ਜਾਂਦੇ ਨੇ, ਉਹ ਸਾਡੇ ਵਰਗਿਆਂ ਕੋ ਆਪ ਗਲਤੀਆਂ ਕਰਾਉਂਦੇ ਨੇ ਸਾਡੀਆਂ ਫਾਈਲਾਂ ਇਕੱਠੀਆਂ ਕਰਨ ਲਈ। ਤ੍ਰਿਪਤ ਰਜਿੰਦਰ ਹੋਣੀ ਸ਼ਾਮਲਾੜ ਜ਼ਮੀਨਾਂ ਤੋਂ ਰੇਤਾ ਕਢਾਈ ਰੱਜ ਕੇ ਬਾਹਰ ਇੰਨੇ ਮਤਲਬ ਇਹਨਾਂ ਦਾ ਬੇਟਾ ਇਹਦਾ ਕਾਰੋਬਾਰ ਸੈੱਟ ਹੋ ਗਿਆ, ਤੇ ਉਹ ਸਾਰੀਆਂ ਫਾਈਲਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੱਢ ਲੀਆਂ। ਇਹਨੂੰ ਮੰਤਰੀ ਤੋਂ ਲਾਉਣ ਦੀ ਉਹ ਤਿਆਰੀ ਕਰਨ ਡਿਆ। ਤੇ ਅੱਜ ਇਹ ਕਹਿੰਦੇ ਨੇ ਕਿ ਮਤਲਬ ਕੈਪਟਨ ਅਮਰਿੰਦਰ ਸਿੰਘ ਮਾੜਾ ਹੋ ਗਿਆ। ਉਹ ਕੱਲਾ ਨਹੀਂ ਮਾੜਾ, ਜਿਸ ਦੋਨੋਂ ਨੇ ਗੁਟਕਾ ਸਾਹਿਬ ਫੜ ਕੇ ਸਹੁੰ ਖਾਦੀ ਸੀ, ਤੁਸੀਂ ਲੋਕ ਵੀ ਸਟੇਜ ਤੇ ਸੀਗੇ। ਉਹ ਗੁਟਕਾ ਕੋਈ ਜੇਬ 'ਚ ਨਹੀਂ ਸੀ ਰੱਖਦਾ ਗੁਟਕਾ ਸਾਹਿਬ ਵੀ, ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜੇਬ 'ਚੋਂ ਕੱਢ ਕੇ ਸਹੁੰ ਖਾ ਲਈ ਸੀ। ਤੁਸੀਂ ਭੱਜੇ ਗਏ ਤੇ ਉਹਨੂੰ ਗੁਟਕਾ ਫੜਾਇਆ। ਅੱਜ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਭੱਜ ਰਹੇ ਹੋ? ਇੱਥੇ ਦੁੱਧ ਧੋਤਾ ਕੌਣ ਹੈ ਮੈਨੂੰ ਦੱਸੋ? ਕਿਹੜੇ ਮਹਿਕਮੇ ਦੇ ਵਿੱਚ? ਕੀ ਤੁਸੀਂ ਕਿਹਦੇ ਉੱਤੇ ਦੋਸ਼ ਨਹੀਂ ਲਾ ਸਕਦੇ? ਅੱਜ ਸੁੱਖੀ ਰੰਧਾਵਾ ਵੀ ਕਹਿੰਦੇ ਨੇ ਆਪਾਂ ਜੇਲ੍ਹਾਂ ਦੇ ਵਿੱਚ ਵੇਖਦੇ ਹਾਂ, ਜੇਲ੍ਹ ਮਹਿਕਮਾ ਉਹਨਾਂ ਕੋਲੇ ਕੀ ਹਾਲਾਤ ਬਣੇ ਪਏ ਨੇ ਜੇਲ੍ਹਾਂ ਦੇ। ਅੱਜ ਸਾਰਾ ਪੰਜਾਬ ਮਤਲਬ ਦਹਿਸ਼ਤ 'ਚ ਹੈ। ਅੰਦਰੋਂ ਫਰੌਤੀਆਂ ਦੇ ਫੋਨ ਆਉਂਦੇ ਨੇ। ਮੈਂ ਇੱਕ ਦਿਨ ਇਹਨਾਂ ਦੀ ਇੰਟਰਵਿਊ ਸੁਣਦਾ ਸੀਗਾ, ਮੈਂ ਜੇਲ੍ਹਾਂ ਦੇ ਵਿੱਚ ਕਹਿੰਦੇ 1800-1900 ਮੋਬਾਈਲ ਫੜ ਲਿਆ। ਮਤਲਬ ਇਹ ਉਪਲਬਧੀ ਹੈ? ਇਹ ਨਾਕਾਮੀ ਹੈ ਕਿ ਫੋਨ ਗਿਆ ਕਿਵੇਂ? ਉਸ ਪਾਸੇ ਨਹੀਂ ਕੋ ਆ ਰਿਹਾ, ਮਤਲਬ ਫੜ ਲਿਆ। ਇਹਨਾਂ ਚੀਜ਼ਾਂ ਅੱਜ ਕੈਪਟਨ ਅਮਰਿੰਦਰ ਸਿੰਘ ਇਕੱਲੇ ਨੂੰ ਕੋਈ ਦੋਸ਼ੀ ਦੱਸ ਦਿਓ, ਸਾਰੀ ਦੀ ਸਾਰੀ ਟੀਮ ਉਸ ਤਰ੍ਹਾਂ ਦੀ। ਉਹ ਇਕੱਲਾ ਦੋਸ਼ੀ ਨਹੀਂ ਹੈਗਾ। ਵਾਅਦੇ ਤੁਸੀਂ ਪੂਰੇ ਕੀਤੇ ਨਹੀਂ। ਅੱਜ ਹਾਲਾਤ ਇਹ ਬਣੇ ਨੇ ਕਿ ਤੁਸੀਂ ਚਾਹੁੰਦੇ ਹੋ ਕਿ ਸਾਰਾ ਜਿਹੜਾ ਭਾਂਡਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਦੇ ਉੱਤੇ ਭੰਨਿਆ ਜਾਵੇ, ਔਰ ਅਸੀਂ ਦੁੱਧ ਧੋਤੇ ਹੋ ਰਹੀਏ। ਉਹ ਦੁੱਧ ਧੋਤੇ ਹੋਇਆ ਨਹੀਂ ਜਾਣਾ। ਅੱਜ ਹਾਲਾਤ, ਦੁਨੀਆ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੈ, ਤੁਹਾਡੀ ਕੱਲੀ ਪਲ ਦੀ ਖਬਰ ਰੱਖਦੀ ਹੈ। ਲੋਕ ਸਾਰਾ ਕੁਝ ਜਾਣੂ ਨੇ, ਤੁਸੀਂ ਬਚ ਨਹੀਂ ਸਕਦੇ। ਤੁਸੀਂ ਨਵਜੋਤ ਸਿੰਘ ਸਿੱਧੂ ਦੀ ਰਗ ਤੋਂ ਵਾਕਿਫ ਹੋ, ਹੁਣ ਤੁਹਾਨੂੰ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਕੀ ਕਰਨਗੇ? ਕਿਉਂਕਿ ਉਹ ਤਾਂ ਸੁਪਨੇ ਦੇਖ ਰਹੇ ਸੀ ਕਿ 22 ਦੇ ਵਿੱਚ ਸੀਐਮ ਤਾਂ ਮੈਂ ਬਣੂੰਗਾ। ਦੇਖੋ ਉਹਦੀ ਫਿਤਰਤ ਮੈਂ ਹੁਣ ਕੱਲਾ ਨਹੀਂ, ਸਾਰੇ ਹੀ ਜਾਣਦੇ ਨੇ। ਉਹ ਰੁੱਸ ਕੇ ਬਹਿ ਨਹੀਂ ਜਾਈਦਾ, ਜਿਸ ਤਰ੍ਹਾਂ ਮਤਲਬ ਘਰ ਦੇ ਵਿੱਚ ਜਨਾਨੀ ਨੂੰ ਪੈਸੇ ਨਾ ਦਿੱਤੇ ਜਾਣ ਜਾਂ ਕਿੱਦਾਂ, ਤੇ ਰੁੱਸ ਕੇ ਬਹਿ ਜਾਂਦੀ। ਥੋੜੇ ਦਿਨਾਂ 'ਚ ਫਿਰ ਰੁੱਸਣ ਵਾਲੇ ਨੇ। ਦੂਜੀ ਚੀਜ਼ ਹੈ,
ਮੈਨੂੰ ਲੱਗਦਾ ਹੈ ਕਿ ਫਿਰ ਇਧਰੋਂ ਡਾਰੀ ਮਾਰ ਕੇ ਇਹ ਗੇਮ ਪਲਾਨ ਸਾਰਾ ਤਿਆਰ ਕਰ ਰਹੇ ਹੋ ਤੁਸੀਂ। ਉਹ ਪ੍ਰਗਟ ਹੋਣਾ ਦੀਆਂ ਸਟੇਟਮੈਂਟ ਵੀ ਸੁਣੀਆਂ ਕਿ ਸ਼ਾਇਦ ਝਾੜੂ ਵਾਲਿਆਂ ਨੂੰ ਕੋਈ ਚਿਹਰਾ ਨਹੀਂ ਲੱਭ ਰਿਹਾ, ਉਹ ਇਹਨਾਂ ਨੂੰ ਮਤਲਬ ਅੱਗੇ ਲਾ ਲੈਣਗੇ। ਇਹ ਇਹਨਾਂ ਦੀ ਫਿਤਰਤ, ਇਹਨਾਂ ਦਾ ਇਹ ਕੁਝ ਨਹੀਂ ਤੁਸੀਂ ਸਮਝ ਸਕਦੇ। ਪਰ ਜੇ ਇਹ ਵੀ ਚਲੇ ਜਾਂਦੇ ਨੇ, ਮੈਂ ਫਿਰ ਆਪਣੀ ਗੱਲ ਤੇ ਦੁਹਰਾਉਣਾ, ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਸਾਡਾ ਜਿਹੜਾ ਅੱਗੋਂ ਵੀ ਪੰਜਾਬ ਦਾ ਭਵਿੱਖ ਸਾਨੂੰ ਕੋਈ ਸੁਹਿਰਦ ਨਜ਼ਰ ਨਹੀਂ ਆ ਰਿਹਾ। ਸਾਨੂੰ ਲਾਰੇ ਲਾਏ ਜਾ ਰਹੇ ਨੇ, ਕੋਈ ਬੱਤੀ ਫ੍ਰੀ ਕਹਿੰਦਾ, ਕੋਈ ਫਲਾਣੀ ਚੀਜ਼ ਫ੍ਰੀ ਕਹਿੰਦਾ। ਸਾਡਾ ਰੈਵਨਿਊ ਇਕੱਠਾ ਕਰਕੇ ਸਾਨੂੰ ਹੱਕ ਦਿਓ। ਬੱਤੀ ਫ੍ਰੀ ਤੁਸੀਂ ਮਤਲਬ ਜੇ ਬਾਦਲ ਕਹਿੰਦੇ ਨੇ ਤੇ ਨਾ ਆਪਣੀ ਕੋਈ ਪੈਲੀ ਵੇਚ ਕੇ ਫ੍ਰੀ ਦੇਣੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕੋਈ ਮਹਿਲ ਵੇਚ ਕੇ ਫ੍ਰੀ ਦੇਣੀ ਹੈ। ਫ੍ਰੀ ਤੇ ਸਾਡੇ ਲੋਕਾਂ ਨੂੰ ਨਿਚੋੜ ਕੇ ਦੇਣੀ ਹੈ ਨਾ। ਤੁਸੀਂ ਸਾਡਾ ਟੈਕਸ ਸਾਡੇ ਉੱਤੇ ਲਾਓ, ਸਾਨੂੰ ਫ੍ਰੀ ਨਹੀਂ ਚਾਹੀਦਾ। ਸਾਨੂੰ ਸਸਤਾ ਸਮਾਨ ਚਾਹੀਦਾ, ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ। ਇਲੈਕਸ਼ਨ ਦੇ ਦਿਨ ਆ ਗਏ ਨੇ ਤੇ ਤੁਸੀਂ ਹਾਲਤ ਦੇਖ ਲਓ ਇਹਨਾਂ ਦੀ ਕੀ ਬਣੀ ਪਈ ਹੈ ਸਾਰੀਆਂ ਪਾਰਟੀਆਂ ਦੀ, ਚਾਹੇ ਉਹਦੇ 'ਚ ਝਾੜੂ ਹੈ, ਚਾਹੇ ਉਹਦੇ 'ਚ ਅਕਾਲੀ ਹੈ, ਚਾਹੇ ਉਹਦੇ 'ਚ ਕਾਂਗਰਸ ਹੈ। ਇਹਨਾਂ ਦੀ ਤੁਲਨਾ ਪਤਾ ਮੈਂ ਕਿਹਦੇ ਨਾਲ ਕਰਦਾ? ਕਈ ਵਾਰੀ ਚੈਨਲਾਂ ਦੇ ਉੱਤੇ ਤੁਸੀਂ ਸਾਰੇ ਲੋਕ ਚਲਾਉਂਦੇ ਹੋ, ਮੀਆਂ ਰਜਾ ਮੰਗਾਲੀ ਫਲਾਣੇ ਸਮਾਧਾਨ ਕੇ ਲਈ ਮਿਲੇ, ਵਸ਼ੀਕਰਨ ਕਰ ਲਓ, ਕਾਰੋਬਾਰ ਵਧਾ ਲਓ, ਆਹ ਚੀਜ਼ ਚਾਹੀਦੀ ਲੈ ਲਓ। ਆਮ ਪਬਲਿਕ ਨੂੰ ਪਤਾ ਹੁੰਦਾ ਵੀ ਇਹ ਮੀਆਂ ਝੂਠ ਮਾਰ ਰਿਹਾ, ਪਰ ਫਿਰ ਵੀ ਲੋਕ ਉਹਦੇ ਕੋਲ ਜਾਂਦੇ ਨੇ ਨਾ। ਵੀ ਇਹ ਲੋਕ ਉਹਨਾਂ ਬੰਗਾਲੀਆਂ ਦੇ ਜਿੱਦਾਂ ਮਤਲਬ ਉਹ ਲੋਕ ਨੇ, ਉਹਨਾਂ ਦੇ ਬੇਸ ਦੇ ਉੱਤੇ ਲਾਰੇ ਲਾ ਰਹੇ ਨੇ ਵੀ ਆਹ ਕਰ ਦਾਂਗੇ, ਉਹ ਕਰ ਦਾਂਗੇ, ਤੇ ਥੱਲੇ ਕਰਨ ਨੂੰ ਤੇ ਕੁਝ ਵੀ ਨਹੀਂ ਹੈਗਾ। ਸੋਰਸ ਕੀ ਨੇ? ਸੁਖਬੀਰ ਬਾਦਲ ਨੇ ਆਪਣਾ 13 ਨਕਾਤੀ ਪ੍ਰੋਗਰਾਮ ਦਿੱਤਾ ਸੀ। ਮੈਂ ਕਿਹਾ ਸੀਗਾ ਕਿ ਉਸ 13 ਨਕਾਤੀ ਪ੍ਰੋਗਰਾਮ ਦਾ ਸਾਨੂੰ ਸਾਧਨ ਤੇ ਦੱਸੋ, ਪੈਦਾ ਕਿੱਥੋਂ ਕਰਨਾ? ਸਿਰਫ ਲੋਕਾਂ ਨੂੰ ਛਲਾਵੇ 'ਚ ਲਿਆ ਜਾ ਰਿਹਾ। ਅੱਜ ਦੇਖੋ, ਦੁਨੀਆ ਨਫ਼ਰਤ ਕਰਦੀ ਸੀ ਵੀ ਅਕਾਲੀ ਦਲ ਨੂੰ 14-15 ਸੀਟਾਂ ਆਈਆਂ, ਇਹਨਾਂ ਦਾ ਗ੍ਰਾਫ ਐਡਾ ਡਿੱਗ ਚੁੱਕਾ ਸੀ। ਤੇ ਤੁਸੀਂ ਪੁਰਾਣੀਆਂ ਮੇਰੀਆਂ ਮਤਲਬ ਉਹ ਵੀ ਭਵਿੱਖਬਾਣੀਆਂ ਕਹਿ ਲਓ, ਜਾਂ ਇਹਨਾਂ ਲੋਕਾਂ ਦੀ ਫਿਤਰਤ ਮੈਨੂੰ ਪਤਾ ਸੀਗਾ ਕਿ ਬੜੇ ਸ਼ਰੂਰ ਪੋਲੀਟੀਸ਼ੀਅਨ ਨੇ। ਮੈਂ ਉਦੋਂ ਵੀ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਦਾ ਗ੍ਰਾਫ ਥੱਲੇ ਨਹੀਂ ਹੋਣ ਦੇਣਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਮੈਂ ਅਖੀਰ 'ਚ ਢਾਲਾਂਗਾ, ਜਾਂ ਮਤਲਬ ਇਹ ਬਣ ਜਾਣਗੇ ਜਾਂ ਮੈਂ ਬਣ ਜਾਵਾਂਗਾ। ਮੈਚ ਫਿਕਸ ਹੈ ਨਾ ਉਹ 75-25 ਵਾਲਾ। ਤੇ ਅੱਜ ਤੁਸੀਂ ਦੇਖੋ, ਅਕਾਲੀ ਦਲ ਦੇ ਖਿਲਾਫ ਇੰਨੇ ਮੁੱਦੇ ਸੀਗੇ, ਇੰਨੀ ਕਰਪਸ਼ਨ ਸੀਗੀ, ਸਭ ਤੋਂ ਵੱਡਾ ਬੇਅਦਬੀ ਦਾ ਇਸ਼ੂ ਸੀਗਾ, ਸਭ ਤੋਂ ਵੱਡਾ ਨਸ਼ਿਆਂ ਦਾ ਇਸ਼ੂ ਸੀਗਾ। ਕੋਈ ਵੀ ਕਿਤੇ ਲੋਕਾਂ ਦੇ ਸਾਹਮਣੇ ਆਇਆ? ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦਾ ਗ੍ਰਾਫ ਹੀ ਨਹੀਂ ਡਿੱਗਣ ਦਿੱਤਾ। ਔਰ ਰੱਜ ਕੇ ਮਤਲਬ ਉਹ ਐਡਵਰਟਾਈਜ਼ਮੈਂਟ ਕਰ ਰਹੇ ਨੇ। ਤੁਸੀਂ ਘਰ 'ਚ ਟੀਵੀ ਚਲਾਉਂਦੇ ਹੋ ਨਾ ਜਦੋਂ, ਤੇ ਛੋਟੇ ਛੋਟੇ ਬੱਚੇ ਹੁੰਦੇ ਸਾਡੇ, ਉਹ ਜਦੋਂ ਦੇਖਦੇ ਟੀਵੀ ਦੇ ਉੱਤੇ ਐਡ ਚੱਲ ਰਹੀ ਹੈ, ਚਿਪਸ, ਇਹ ਇਸ ਚਿਪਸ ਸੇ ਮਤਲਬ ਤੁਹਾਡੀ ਸਿਹਤ ਬਣੇਗੀ, ਇਹ ਹੋਏਗਾ, ਬੋਰਨਵੀਟਾ, ਤੇ ਸ਼ਾਮ ਨੂੰ ਬੱਚਾ ਸਾਡਾ ਖੜੇ ਪੈ ਜਾਂਦਾ ਵੀ ਇਹੋ ਹੀ ਲੈਣਾ। ਇਸ ਤਰੀਕੇ ਚਿਪਸ ਤੇ ਬੋਰਨਵੀਟਾ ਸਾਡੇ ਮਤਲਬ ਲੋਕਾਂ ਦੇ ਵਿੱਚ ਬਣ ਗਏ ਕਿ ਰਾਤ ਦਿਨ ਦੇਖ ਹੀ ਇਹੀ ਰਹੇ ਨੇ, ਸਾਨੂੰ ਕੋਈ ਬਦਲ ਹੀ ਨਜ਼ਰ ਨਹੀਂ ਆ ਰਿਹਾ। ਔਰ ਇਹਦੇ ਨਾਲ ਇੱਕ ਬਦਲ ਨਜ਼ਰ ਆਇਆ ਸੀਗਾ। ਅਕਾਲੀ ਦਲ ਦੀ ਹਾਲਤ ਤੁਸੀਂ ਦੇਖੋ, ਦਿੱਲੀ ਇਲੈਕਸ਼ਨ ਹੋਈ ਹੈ, ਸ਼੍ਰੋਮਣੀ ਕਮੇਟੀ ਉਹ ਜਿੱਤੇ ਨੇ, ਇੱਕ ਦਿਨ ਵੀ ਸੁਖਬੀਰ ਬਾਦਲ ਉੱਥੇ ਗਏ ਨੇ? ਕਿਸੇ ਇੱਕ ਬੋਰਡ ਤੇ ਵੀ ਸੁਖਬੀਰ ਬਾਦਲ ਦੀ ਫੋਟੋ ਹੈਗੀ ਸੀ? ਅੰਦਰ ਚਾਨਣ ਸੀਗਾ ਕਿ ਲੋਕ ਸਾਨੂੰ ਨਫ਼ਰਤ ਕਰਦੇ ਨੇ, ਸਾਡੇ ਨਾਂ ਤੇ ਇਲੈਕਸ਼ਨ ਨਹੀਂ ਜਿੱਤੀ ਜਾਣੀ। ਪਰ ਜਿਸ ਦਿਨ ਜਿੱਤ ਜਾਂਦੇ ਨੇ, ਉਸ ਦਿਨ ਮਤਲਬ ਕੈਂਡੀਡੇਟਾਂ ਨੂੰ ਵੇਖ ਕੇ ਵੋਟ ਪਈ, ਜਾਂ ਸਿਰਸੇ ਨੇ ਇਸ ਦੌਰਾਨ ਕੰਮ ਕੀਤਾ, ਪੁਰਾਣੀ ਉਹਨੇ ਆਪਣੀ ਛਵੀ ਸੁਧਾਰੀ, ਤੇ ਸੁਖਬੀਰ ਬਾਦਲ ਉੱਥੇ ਮੌਕੇ ਤੇ ਪਹੁੰਚ ਜਾਂਦੇ ਨੇ, ਅਕਾਲੀ ਦਲ ਜਿੱਤਿਆ। ਇਹ ਮਤਲਬ ਇਸ ਤਰੀਕੇ ਲੋਕਾਂ ਦਾ ਮਜ਼ਾਕ ਨਹੀਂ ਹੈ। ਜੇ ਐਡੀ ਵੱਡੀ ਚੋਣ ਸੀ ਸ਼੍ਰੋਮਣੀ ਕਮੇਟੀ ਦੀ, ਦਿੱਲੀ ਗੁਰਦੁਆਰਾ ਕਮੇਟੀ ਦੀ, ਤੇ ਫਿਰ ਸੁਖਬੀਰ ਜੀ ਤੁਸੀਂ ਉੱਥੇ ਜਾ ਕੇ ਪ੍ਰਚਾਰ ਕਿਉਂ ਨਹੀਂ ਕੀਤਾ? ਤੁਹਾਨੂੰ ਪਤਾ ਹੈ ਕਿ ਤੁਹਾਡੀ ਲੀਡਰਸ਼ਿਪ ਨੂੰ ਲੋਕ ਬਰਦਾਸ਼ਤ ਨਹੀਂ ਕਰ ਰਹੇ। 10 ਸਾਲ ਤੁਸੀਂ ਪੰਜਾਬ ਨੂੰ ਰੱਜ ਕੇ ਲੁੱਟਿਆ। ਪੰਜਾਬ ਦੇ ਸਾਰੇ ਸੋਰਸ, ਜਿਹੜੇ ਸਰੋਤ ਸੀਗੇ ਕੁਦਰਤੀ ਵੀ, ਤੇ ਜਿਹੜੇ ਮਤਲਬ ਜਿਨ੍ਹਾਂ ਤੋਂ ਇਨਕਮ ਦੂਜੇ ਸਰੋਤ ਨੇ, ਜਿਹੜੇ ਮਤਲਬ ਸਾਨੂੰ ਨਿਲਾਮ ਕਰਕੇ ਜਾਂ ਜਿਸ ਤਰ੍ਹਾਂ ਮਿਲਣੇ ਸੀਗੇ, ਜੇ ਉਹ ਵੀ ਤੁਸੀਂ ਸਾਰੇ ਆਪਣੇ ਹੇਠ ਮਲ ਛੱਡੇ। ਤੇ ਅੱਜ ਤੁਸੀਂ ਪੰਜਾਬੀਆਂ 'ਚ ਸੱਚੇ ਹੋਣ ਦੀਆਂ ਗੱਲਾਂ ਕਰਦੇ ਹੋ। ਧੋਖਾ ਹੋਣ ਜਾ ਰਿਹਾ 2022 ਦੇ ਵਿੱਚ ਫਿਰ ਪੰਜਾਬ। ਅਕਾਲੀ ਦਲ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ, ਆਪਣੇ ਕੈਂਡੀਡੇਟ ਵੀ ਅਨਾਉਂਸ ਕਰੀ ਜਾ ਰਿਹਾ। 100 ਦਿਨ ਦੇ ਸਫ਼ਰ ਤੇ ਨਿਕਲੇ ਹੋਏ ਨੇ ਬਾਦਲ ਸਾਹਿਬ, ਤੇ ਗੱਲ ਪੰਜਾਬ ਦੀ ਕਰ ਰਹੇ ਨੇ। ਮੈਂ ਤੁਹਾਨੂੰ ਫਿਰ ਕਹਿਣ ਲੱਗਾ ਜੀ, ਦੇਖੋ ਅਕਾਲੀ ਦਲ ਕੈਂਡੀਡੇਟ ਅਨਾਉਂਸ ਕਰ ਰਿਹਾ। ਤੁਸੀਂ ਪਿਛਲੀਆਂ ਇਲੈਕਸ਼ਨਾਂ ਦੇਖੀਆਂ ਨੇ ਇਹਨਾਂ ਦੀਆਂ, 2007, 17, 97। ਅਕਾਲੀ ਦਲ ਉਹ ਪਾਰਟੀ ਸੀਗੀ ਜਿਹਦਾ ਕੇਡਰ ਐਡਾ ਵੱਡਾ ਹੁੰਦਾ ਸੀਗਾ ਪੰਜਾਬ ਦੇ ਵਿੱਚ। ਅਖੀਰਲੇ ਦਿਨਾਂ ਤੱਕ ਅਕਾਲੀ ਦਲ ਦੀ ਟਿਕਟ ਨਹੀਂ ਸੀ ਦਿੱਤੀ ਜਾਂਦੀ ਹੁੰਦੀ, ਤੇ ਕਈ ਕੈਂਡੀਡੇਟ ਜਿਹੜੇ ਮਤਲਬ ਚਾਹਵਾਨ ਸੀਗੇ, ਉਹ ਮਗਰ ਫਿਰਦੇ ਹੁੰਦੇ ਸੀ, ਸੁਖਬੀਰ ਜੀ ਮੇਰੀ, ਬਾਦਲ ਸਾਹਿਬ ਟਿਕਟ ਮੈਨੂੰ ਦਿਓ ਜੀ। ਐਤਕੀ ਵੱਧ ਚੜ ਕੇ ਇੱਕ ਦੂਜੇ ਤੋਂ ਵੱਧ ਕੰਮ ਕਰਦੇ ਸੀਗੇ। ਅਕਾਲੀ ਦਲ ਨੂੰ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਹੋ ਕੀ ਰਿਹਾ ਹੁਣ? ਜਿਹਨੂੰ ਆਮ ਆਦਮੀ ਨਹੀਂ ਲੈ ਰਹੀ, ਉਹਨੂੰ ਅਕਾਲੀ ਦਲ ਲੈ ਰਿਹਾ, ਜਿਹਨੂੰ ਅਕਾਲੀ ਦਲ ਨਹੀਂ ਲੈ ਰਿਹਾ, ਉਹਨੂੰ ਆਮ ਆਦਮੀ ਲੈ ਰਹੀ ਹੈ। ਇਹੀ ਕੁਝ ਬਣ ਰਿਹਾ ਨਾ, ਇੱਕ ਦੂਜੇ ਦੇ ਸਿਰਫ ਬੰਦੇ ਖਿੱਚਣ ਲਈ। ਅਕਾਲੀ ਦਲ ਨੇ ਤੇ ਇਹ ਹਾਲ ਕਰ ਦਿੱਤਾ ਅਕਾਲੀ ਦਲ ਦਾ। ਇਹ ਪਹਿਲੀ ਵਾਰੀ ਹੈ ਇਤਿਹਾਸ ਦੇ ਵਿੱਚ ਅਕਾਲੀ ਦਲ ਦੀਆਂ ਟਿਕਟਾਂ ਵਾਲੇ ਕਾਗਜ਼ ਭਰਨ ਤੱਕ ਵੀ ਮਤਲਬ ਉਹਦਾ ਕਿਰਦਾਰ ਹੁੰਦਾ ਸੀਗਾ, ਤੇ ਉਹਦੀ ਕੀਮਤ ਹੁੰਦੀ ਸੀਗੀ ਵੀ ਇਹ ਯਾਰ ਮਤਲਬ ਮੈਂ ਕੰਮ ਕਰਕੇ ਵੱਧ ਵਿਖਾਉਣਾ ਤੇ ਟਿਕਟ ਮੈਨੂੰ ਮਿਲਣੀ ਆ। ਹੁਣ ਤੇ ਅਕਾਲੀ ਦਲ ਨੇ ਪਾਲਿਸੀ ਵਧੀਆ ਫੜ ਲਈ ਕਿ ਇਹਨਾਂ ਸੇਲ ਲਾਤੀ ਟਿਕਟਾਂ ਦੀ, ਕਿ ਰੈਲੀ ਕਰੋ, ਟਿਕਟ ਲਓ। ਮਤਲਬ ਇਹੀ ਹਾਲਾਤ ਬਣ ਰਹੇ ਨੇ। ਤੁਸੀਂ ਦੇਖੋ, ਨਹੀਂ ਤੇ ਅਕਾਲੀ ਦਲ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ। ਇਹ ਸੋਚਦੇ ਦਾ ਫਾਇਦਾ ਹੋਣਾ ਸਾਨੂੰ। 4-4 ਕੈਂਡੀਡੇਟ ਹਰ ਸੀਟ ਤੋਂ ਹੁੰਦੇ ਨੇ।
ਕਈ ਲੋਕਾਂ ਨੂੰ ਜਦੋਂ ਤੁਸੀਂ ਇੱਕ ਬੰਦੇ ਨੂੰ ਦੇਤੀ ਉਹਨਾਂ ਕਈਆਂ ਨੇ ਵਿਰੋਧ ਚ ਆ ਜਾਣਾ, ਕਈਆਂ ਨੇ ਦੂਜੀਆਂ ਪਾਰਟੀਆਂ ਚੱਲ ਜਾਣਾ ਵਾ। ਅੱਗੋਂ ਤੁਸੀਂ ਦੇਖੋ ਹਾਲਾਤ ਕੀ, ਕੋਈ ਸਿਆਣਾ ਬਹੁਤਾ ਨਹੀਂ ਹੁੰਦਾ। ਮੈਂ ਅੱਗੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ, ਮੈਂ ਬਾਰ-ਬਾਰ ਬੋਲਦਾ ਇਸ ਚੀਜ਼ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ, ਉਹਨੇ ਪੂਰੀ ਨਹੀਂ ਕੀਤੀ। ਸਾਡੇ ਲੋਕਾਂ ਨਾਲ ਲਾਰਾ ਲਾਇਆ ਸੀ ਨਾ, ਅਸੀਂ ਲੋਕ ਮਜਲੂਮ ਤੇ ਮਤਲਬ ਮਾੜੇ ਲੋਕ ਆ, ਮਾਤੜ ਲੋਕ ਆ, ਅਸੀਂ ਇਹਨੂੰ ਕੋਈ ਗਲੋਂ ਫੜ ਕੇ ਨਹੀਂ ਪੁੱਛ ਸਕਦੇ ਕਿ ਸਹੁੰ ਪੂਰੀ ਕਰ। ਪਰ ਕੁਦਰਤ ਤੋਂ ਬਲਵੰਤ ਨਹੀਂ ਨਾ ਹੈਗਾ ਕੋਈ, ਉਹ ਕੁਦਰਤ ਨੇ ਸਾਡੇ ਨਾਲ ਪੰਜਾਬੀਆਂ ਨਾਲ ਨਿਆਂ ਜ਼ਰੂਰ ਕਰੂਗੀ। ਕਿੰਨਾ ਕੁ ਚਿਰ ਲੁੱਟ ਮਚਾ ਲੈਣਗੇ। ਅੱਜ ਜੇ ਅਕਾਲੀ ਦਲ ਦਾ ਤੁਸੀਂ ਕਹਿ ਰਹੇ ਹੋ ਨਾ ਕਿ ਮਤਲਬ ਤੇਜ਼ੀ ਨਾਲ ਵੱਧ ਰਿਹਾ ਜਾਂ ਕੁਝ ਵੀ ਹੈ, ਉਹਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਜਦੋਂ ਪਿਛਲੀ ਸਰਕਾਰ ਬਣੀ ਸੀ ਅਕਾਲੀ ਦਲ ਦੀ, ਉਦੋਂ ਚਾਂਸ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣ ਜਾਣਾ ਤੇ ਅਕਾਲੀ ਦਲ ਡਰਦਾ, ਇਹਨਾਂ ਦੇ ਪਾਸਪੋਰਟ ਚੈੱਕ ਕਰ ਲਓ, ਅੱਧਾ ਅਕਾਲੀ ਦਲ ਵੀਜ਼ੇ ਲਵਾ ਗਿਆ ਸੀ ਬਾਹਰ ਦੇ। ਉਸ ਤੋਂ ਬਾਅਦ ਮੈਚ ਫਿਕਸ ਹੋ ਜਾਂਦਾ। ਅਕਾਲੀ ਦਲ ਵਾਲਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਇੱਕੋ ਗੱਲ ਹੈ, ਮੈਂ ਬਾਰ-ਬਾਰ ਕਹਿੰਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਆਪਣੇ ਸਾਹਮਣੇ ਭਲਵਾਨ ਖੜਾ ਕਰਕੇ ਰੱਖਣਗੇ, ਜਾਂ ਸਰਕਾਰ ਇਹਨਾਂ ਦੀ ਤੇ ਜਾਂ ਸਾਡੀ। ਹਾਲਾਤ ਕੀ ਇਹਨਾਂ ਨੇ ਬਣਾ ਦਿੱਤੇ ਕਿ ਅਕਾਲੀ ਦਲ ਦੇਖੋ, ਜਦੋਂ ਆ ਸਰਕਾਰ ਬਦਲੀ ਹੈ, ਜਦੋਂ ਨਵੀਂ ਸਰਕਾਰ ਬਣਦੀ ਉਹਦੀ ਦਹਿਸ਼ਤ ਹੁੰਦੀ ਹੈ ਨਾ ਵਿਰੋਧੀ ਪਾਰਟੀਆਂ ਦੇ ਉੱਤੇ ਕਿ ਯਾਰ ਇਹਨਾਂ ਪਤਾ ਨਹੀਂ ਇੰਨੀ ਕਰਪਸ਼ਨ ਹੈ। ਚੰਗੇ ਭਲੇ ਸਾਫ਼ ਸੁਥਰੇ ਬੰਦੇ ਦੀ ਕਰਪਸ਼ਨ ਵੀ ਨਿਕਲ ਆਉਂਦੀ ਹੈ। ਅਕਾਲੀ ਦਲ ਦੇ ਮੱਥੇ ਤੇ ਇੱਕ ਵੀ ਸ਼ਿਕਨ ਆਇਆ? ਕਾਰਨ ਕੀ ਸੀਗਾ ਕਿ ਕੈਪਟਨ ਰਲ ਕੇ ਅਕਾਲੀ ਦਲ ਸਟੇਜਾਂ ਤੇ ਖਲੋ ਕੇ ਡੀਆਈਜੀ ਆਈਜੀਆਂ ਨੂੰ ਗਾਲਾਂ ਕੱਢਦਾ। ਤੇ ਮੈਂ ਉਦੋਂ ਵੀ ਬੋਲਿਆ ਸੀ, ਮੈਂ ਕਿਹਾ ਕੈਪਟਨ ਸਾਹਿਬ ਤੁਸੀਂ ਮੈਸੇਜ ਪਤਾ ਕੀ ਦੇਣਾ ਚਾਹੁੰਦੇ ਹੋ? ਤੁਹਾਡੇ ਡੀਆਈਜੀ ਫੜ ਕੇ ਅੰਦਰ ਦੇ ਸਕਦੇ ਨੇ ਇਹਨਾਂ ਨੂੰ। ਤੁਸੀਂ ਮੈਸੇਜ ਇਹ ਦੇਣਾ ਚਾਹੁੰਦੇ ਹੋ ਵੀ ਇਹਨਾਂ ਨੂੰ ਅੰਦਰ ਨਹੀਂ ਦੇਣਾ, ਮੈਸੇਜ ਪਬਲਿਕ 'ਚ ਇਹ ਦੇਣਾ ਚਾਹੁੰਦੇ ਹੋ ਵੀ ਮੈਂ ਤੁਹਾਡੇ ਕੰਮ ਕਰ ਰਿਹਾ, ਜੇ ਮੇਰੇ ਨਾਲ ਕੋਈ ਡਿਸਲਾਈਕਿੰਗ ਹੈਗੀ ਤੇ ਇਹਨਾਂ ਨਾਲ ਜੁੜ ਜਾਓ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਮਯਾਬ ਹੋ ਰਹੇ ਨੇ। ਮੈਂ ਫਿਰ ਕਹਿੰਦਾ ਕਿ ਇਹ ਯੂਨੀਵਰਸਿਟੀਜ਼ ਨੇ ਪੋਲੀਟਿਕਸ ਦੀਆਂ, ਜੋ ਚਾਹੁੰਦੇ ਨੇ ਸਾਡੇ ਲੋਕਾਂ ਦੇ ਮਨ 'ਚੋਂ ਪਾਉਂਦੇ ਨੇ। ਅੱਜ ਹਾਲਾਤ ਉਹ ਬਣ ਗਏ। ਤੁਸੀਂ ਦੇਖੋ, ਮੈਂ ਇੱਕ ਛੋਟੀ ਜਿਹੀ ਤੁਹਾਨੂੰ ਕਹਾਣੀ ਸੁਣਾਵਾਂ ਵੀ ਹਾਲਾਤ ਕੀ ਬਣੇ ਨੇ ਸਾਡੇ, ਕਿ ਇੱਕ ਬੰਦਾ ਲੁੱਟਦਾ, ਦੂਜਾ ਉਸ ਤੋਂ ਵੱਧ ਆ ਕੇ ਲੁੱਟਦਾ ਤੇ ਲੋਕੀ ਕਹਿਣਾ ਸ਼ੁਰੂ ਕਰ ਦਿੰਦੇ ਵੀ ਇਹਦੇ ਨਾਲ ਉਹ ਚੰਗਾ ਸੀ। ਇਹੀ ਹਾਲਾਤ ਬਣਾਤੇ ਨਾ ਸਾਡੇ ਕਿ ਇੱਕ ਰਾਜਾ ਸੀਗਾ, ਉਹ ਲੋਕਾਂ ਨੂੰ ਬਹੁਤ ਲੁੱਟਦਾ ਸੀ। ਜਦੋਂ ਲੋਕ ਮਰ ਜਾਂਦੇ ਸੀ ਨਾ, ਜਿਹੜੇ ਬੰਦੇ ਦੀ ਡੈਥ ਹੋ ਜਾਂਦੀ, ਤੇ ਪੁਰਾਣੇ ਸਮੇਂ ਦੇ ਉਹਦੇ ਮੂੰਹ ਦੇ ਵਿੱਚ ਇੱਕ ਠੀਪਾ ਰੱਖਿਆ ਜਾਂਦਾ ਸੀਗਾ, ਪੈਸਾ ਜਿਹਨੂੰ ਕਹਿੰਦੇ ਨੇ, ਤੇ ਉਹ ਪੈਸੇ ਵੀ ਕੱਢ ਲੈਂਦਾ ਹੁੰਦਾ ਸੀਗਾ ਉਹਨਾਂ ਦੇ ਮੂੰਹ ਦੇ ਵਿੱਚੋਂ। ਤੇ ਉਹਦਾ ਬੇਟਾ ਉਹਦੇ ਮਰਨ ਤੋਂ ਬਾਅਦ ਰਾਜਾ ਬਣ ਜਾਂਦਾ। ਔਰ ਉਹ ਆਪਣੇ ਸਲਾਹਕਾਰ ਨਾਲ ਸਲਾਹ ਕਰਦਾ, ਜਿੱਦਾਂ ਇੱਥੇ ਕੈਪਟਨ ਸਾਹਿਬ ਦੇ ਸਲਾਹ ਕਰ ਰਹੇ ਤੁਹਾਡੇ ਕੈਪਟਨ ਸੰਦੀਪ, ਉਹੋ ਜਿਹਾ ਨਾਲ ਸਲਾਹ ਕਰਦਾ ਰਾਜਾ ਕਿ ਮੇਰੇ ਪਿਓ ਨੂੰ ਦੁਨੀਆ ਗਾਲਾਂ ਬੜੀਆਂ ਕੱਢਦੀ ਆ, ਮੇਰੇ ਕੋਲ ਸੁਣਿਆ ਨਹੀਂ ਜਾਂਦਾ ਵੀ ਇਹਦਾ ਪਿਓ ਬੜਾ ਗੰਦਾ ਸੀਗਾ, ਫਲਾਣਾ ਸੀਗਾ, ਢਮਕਾਣਾ ਸੀਗਾ, ਤੇ ਕੋਈ ਸਲਾਹ ਦਿਓ ਕਿ ਮੇਰੇ ਪਿਓ ਨੂੰ ਲੋਕ ਚੰਗਾ ਕਹਿਣਾ ਸ਼ੁਰੂ ਹੋ ਜਾਣ। ਉਹ ਸਲਾਹਕਾਰ ਫਿਰ ਬੜਾ ਵਧੀਆ ਸੀ, ਉਹ ਕਹਿੰਦਾ ਜੀ ਇਹ ਕਿਹੜੀ ਵੱਡੀ ਗੱਲ ਹੈ, ਹੁਣੇ ਹੀ ਹੱਲ ਕਰ ਦਿੰਦੇ ਆ। ਉਹ ਕਹਿੰਦਾ ਤੁਹਾਡਾ ਪਿਓ ਜਿਹੜਾ ਉਹ ਪੈਸੇ ਕੱਢਦਾ ਸੀ ਲੋਕਾਂ ਦੇ ਮੂੰਹ 'ਚੋਂ, ਤੁਸੀਂ ਇੱਕ ਕੰਮ ਹੋਰ ਕਰਿਆ ਕਰੋ, ਤੁਸੀਂ ਪੈਸੇ ਵੀ ਕੱਢਿਆ ਕਰੋ ਤੇ ਲਾਸ਼ ਕੱਢ ਕੇ ਨਾ ਉਹਦੇ ਡੰਡੇ ਵੀ ਮਾਰਿਆ ਕਰੋ ਤੇ ਫਿਰ ਉਹਨੂੰ ਨੱਪ ਦਿਆ ਕਰੋ, ਤੇ ਲੋਕੀ ਕਹਿਣਾ ਸ਼ੁਰੂ ਹੋ ਗਏ ਵੀ ਇਹਦੇ ਨਾਲੋਂ ਤੇ ਇਹਦਾ ਪਿਓ ਚੰਗਾ ਸੀਗਾ। ਉਹ ਹਾਲਾਤ ਸਾਡੇ ਅੱਜ ਪੰਜਾਬ ਦੇ ਬਣ ਗਏ ਵੀ ਇਹਦੇ ਨਾਲੋਂ ਤੇ ਉਹ ਚੰਗੇ ਸੀਗੇ। ਮਤਲਬ ਜਾਈਏ ਕਿੱਥੇ, ਕੀ ਕਰੀਏ ਕੀ? ਲੋਕਾਂ ਨੂੰ ਇੰਨੀ ਸਮਝ ਆ ਹੀ ਨਹੀਂ ਰਹੀ। ਜੋ ਦਿਖਾਇਆ ਜਾਂਦਾ ਲੋਕਾਂ ਨੂੰ, ਅੱਜ ਕੱਲ੍ਹ ਟ੍ਰੈਂਡ ਕੀ ਰਹਿ ਗਿਆ? ਮੀਡੀਆਜ਼ ਨੇ ਸਭ ਤੋਂ ਵੱਧ ਉਹਨਾਂ ਦੀ ਐਡ ਚੱਲ ਰਹੀ ਹੈ। ਤੁਸੀਂ ਕੋਈ ਵੀ ਮਤਲਬ ਸੋਸ਼ਲ ਸਾਈਟ ਦੇ ਉੱਤੇ ਜਾ ਕੇ ਵੇਖੋ ਤੇ ਵਿੱਚੋਂ ਚੈਨਲ ਦੇ ਸੁਖਬੀਰ ਬਾਦਲ ਦੀ ਐਡ ਆ ਜਾਂਦੀ ਹੈ, ਕਾਂਗਰਸ ਦੀ ਐਡ ਆ ਜਾਂਦੀ ਹੈ। ਜਾਈਏ ਕਿੱਥੇ ਫਿਰ? ਮੈਨੂੰ ਕੋਈ ਅੱਗੋਂ ਵੀ ਕੋਈ ਚੰਗੇ ਸੰਕੇਤ ਵੀ ਪਾਰਟੀ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਆ ਨਹੀਂ ਪਾ ਰਹੀ। ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀਗੇ ਪੁਰਾਣੇ ਲੜੇ ਹੋਏ, ਜਿਨ੍ਹਾਂ ਨੂੰ ਹੁਣ ਟਿਕਟ ਨਹੀਂ ਲੱਗਦਾ ਸੀਗਾ ਵੀ ਮਿਲਣੀ, ਉਹ ਆਮ ਆਦਮੀ ਪਾਰਟੀ ਆਪਣੇ ਸ਼ਾਮਲ ਕਰਾ। ਸਰਮ ਜੀ, ਮੈਨੂੰ ਇੰਨਾ ਮਤਲਬ ਦੁੱਖ ਲੱਗਦਾ, ਮੈਨੂੰ ਵੀ ਉਹਨਾਂ 3-4 ਵਾਰੀ ਅਪਰੋਚ ਕੀਤੀ ਹੈ, ਪਰ ਮੈਂ ਆਪਣੀ ਗੱਲ ਤੇ ਨਾ ਬੜਾ ਅਟੱਲ ਜਿਹਾ ਰਹਿਣ ਵਾਲਾ ਬੰਦਾ ਕਿ ਐਮਐਲਏ ਬਣਨਾ ਇੱਕ ਸ਼ੌਂਕ ਹੋ ਸਕਦਾ ਮੇਰਾ, ਇੱਕ ਜਨੂਨ ਹੋ ਸਕਦਾ ਮੇਰਾ ਕਿ ਮੈਂ ਕੰਮ ਕਰਨਾ, ਮੈਂ ਗੂੰਜਣਾ ਹੈ ਵਿਧਾਨ ਸਭਾ 'ਚ। ਮੇਰੀ ਮਜਬੂਰੀ ਕੋਈ ਨਹੀਂ ਹੈਗਾ ਕਿ ਮੈਂ ਲੋਕਾਂ ਦੀਆਂ ਕਦਰਾਂ ਕੀਮਤਾਂ ਦਾ, ਉਹਨਾਂ ਦੀਆਂ ਫੀਲਿੰਗਸ ਦਾ ਘਾਣ ਕਰਕੇ ਮੈਂ ਐਮਐਲਏ ਬਣ ਜਾਵਾਂ। ਲੋਕ ਮੈਨੂੰ ਪਿਆਰ ਕਰਦੇ ਨੇ। ਮੈਂ 3-4 ਵਾਰੀ ਬੋਲਿਆ ਕਿ ਜਿੰਨੀ ਦੇਰ ਆਮ ਆਦਮੀ ਕੋਈ ਚਿਹਰਾ ਨਹੀਂ ਦਿੰਦੀ ਸੀਐਮ ਦਾ, ਮੈਂ ਉਨੀ ਦੇਰ ਸੋਚ ਵੀ ਨਹੀਂ ਸਕਦਾ। ਕੱਲ ਨੂੰ ਮੈਂ ਇਹਨਾਂ ਨੂੰ ਜੁਆਇਨ ਕਰ ਜਾਣਾ, ਇਹ ਚਿਹਰਾ ਹੀ ਕੋਈ ਇਹੋ ਜਿਹਾ ਦੇ ਦੇਣਗੇ ਜਿਹਦੇ ਅੱਗੇ ਹੀ ਕੱਚੇ ਚਿੱਠੇ ਹੋਣਗੇ ਜਾਂ ਕੁਝ ਹੋਊਗਾ, ਤੇ ਫਿਰ ਮੇਰੇ ਤੇ ਸੱਪ ਦੇ ਮੂੰਹ 'ਚ ਕੋੜ ਕਿਰਲੀ ਆ ਗਈ, ਨਾ ਮੈਂ ਛੱਡਣ ਜੋਗਾ ਨਾ ਮੈਂ ਰੱਖਣ ਜੋਗਾ। ਅੱਜ ਮੈਂ ਆਮ ਆਦਮੀ ਪਾਰਟੀ ਨਾਲ ਇੱਕ ਗਿਲਾ ਮੈਂ ਵੀ ਕਰਦਾ ਕਿ ਤੁਸੀਂ ਸਾਨੂੰ ਪੰਜਾਬੀਆਂ ਨੂੰ ਧੋਖੇ 'ਚ ਰੱਖ ਰਹੇ ਹੋ। ਜਦੋਂ ਦੇ ਇਹ ਕੈਪਟਨ ਸਰਕਾਰ ਬਣੀ ਹੈ, ਇਹਨਾਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਲੋਕਾਂ ਦਾ ਸਾਲ 2 ਸਾਲ 'ਚ ਹੀ ਮੋਹ ਭੰਗ ਹੋ ਗਿਆ ਸੀਗਾ। ਸਾਡੇ ਲੋਕ ਇੱਕ ਬਦਲ ਚਾਹੁੰਦੇ ਸੀ, ਤੀਜਾ ਬਦਲ, ਕਿ ਤੀਜਾ ਬਦਲ ਪੰਜਾਬ ਦੇ ਵਿੱਚ ਆਉਣਾ ਚਾਹੀਦਾ। ਤੀਜਾ ਬਦਲ ਇਸ ਕਰਕੇ ਨਹੀਂ ਆਇਆ, ਪੰਜਾਬੀ ਐਡੇ ਜੁਝਾਰੂ ਨੇ, ਜੇ ਸੀਰੀਆ ਜਾ ਕੇ ਤੇ ਬਾਹਰਲੇ ਮੁਲਕਾਂ ਜਾ ਕੇ ਤੇ ਬਾਹਰਲੀਆਂ ਸਟੇਟਾਂ 'ਚ ਕੰਮ ਕਰ ਸਕਦੇ ਨੇ, ਤੇ ਇੱਥੇ ਅਸੀਂ ਤੀਜਾ ਬਦਲ ਨਹੀਂ ਸੀ ਲਿਆ ਸਕਦੇ। ਤੀਜਾ ਬਦਲ ਸਿਰਫ ਇਸ ਕਰਕੇ ਨਹੀਂ ਆਇਆ ਕਿ ਲੋਕਾਂ ਨੂੰ ਲੱਗਾ ਕਿ ਝਾੜੂ ਹੀ ਤੀਜਾ ਬਦਲ ਹੈ। ਉਹਨਾਂ ਨੇ ਵੀ ਉਹਨਾਂ ਅਗਰੈਸਿਵ ਹੋ ਕੇ ਪੰਜਾਬ 'ਚ ਕੰਮ ਨਹੀਂ ਕੀਤਾ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ। ਪੰਜਾਬ ਦੇ ਇਸ਼ੂ ਤੇ ਸਿਰਫ ਭੀੜ ਇਕੱਠੀ ਕੀਤੀ ਜਾ ਰਹੀ। ਮੈਂ ਪਹਿਲਾਂ ਵੀ ਕਿਹਾ ਨਾ, ਜਿਹਨੂੰ ਅਕਾਲੀ ਦਲ ਨਹੀਂ ਲੈ ਰਿਹਾ ਉਹਨੂੰ ਚੁੱਕ ਕੇ ਆਮ ਆਦਮੀ ਲੈ ਲੈਂਦੀ ਆ, ਜਿਹਨੂੰ ਆਮ ਆਦਮੀ ਨਹੀਂ ਲੈ ਰਹੀ ਉਹਨੂੰ ਚੁੱਕ ਕੇ ਅਕਾਲੀ ਦਲ ਲੈ ਲੈਂਦਾ। ਹਾਲਾਤ ਇਹ ਬਣ ਗਏ ਨੇ। ਉਹਨਾਂ ਨੂੰ ਅਗਰੈਸਿਵ ਹੋ ਕੇ ਕੰਮ ਕਰਨਾ ਚਾਹੀਦਾ ਸੀ। 4.5 ਸਾਲਾਂ ਦੇ ਵਿੱਚ ਇਹ ਵੀ ਆਪਣਾ ਬਲੂ ਪ੍ਰਿੰਟ ਦੇਣ, ਇਹ ਵੀ ਆਪਣਾ ਵਾਈਟ ਪੇਪਰ ਜਾਰੀ ਕਰਨ ਵੀ ਅਸੀਂ ਪੰਜਾਬ ਲਈ ਕੀ ਕੀਤਾ। ਮੇਰਾ ਇਹ ਮੰਨਣਾ
ਕਿ ਆਮ ਆਦਮੀ ਪਾਰਟੀ ਰਾਜ ਵਧੀਆ ਕਰ ਸਕਦੀ ਹੈ, ਪਰ ਰਾਜ ਲੈਣਾ ਅਜੇ ਤੱਕ ਇਹਨਾਂ ਨੂੰ ਆ ਨਹੀਂ ਰਿਹਾ। ਅਸੀਂ ਜਾਵਾਂਗੇ ਕਿੱਥੇ, ਕਿਉਂਕਿ ਇੱਥੇ ਪੰਜਾਬ 'ਚ ਅਗਰੈਸਿਵ ਹੋ ਕੇ ਲੜਾਈ ਲੜਨ ਦੀ ਲੋੜ ਹੈ। ਨੋ ਡਾਊਟ ਉਹ ਦਿੱਲੀ ਵਧੀਆ ਕੰਮ ਕਰਦਾ। ਹੁਣ ਮੈਨੂੰ ਪਤਾ ਲੱਗਾ ਸੀਗਾ, ਮੈਂ ਅੱਜ ਵੀ ਬੋਲਿਆ ਕਿਤੇ ਕਿ ਪੰਜਾਬ ਦੇ ਵਿੱਚ ਮੈਡੀਕਲ ਬੰਦ ਕਰ ਦਿਓ, ਤੁਸੀਂ ਜੋ ਬੰਦ ਕਰਨਾ ਕਰ ਦਿਓ, ਸਾਡੀ ਡਿਵੈਲਪਮੈਂਟ ਸੜਕਾਂ ਦੀ ਬੰਦ ਕਰ ਦਿਓ। ਸਿਰਫ 10 ਸਾਲ ਜੇ ਪੰਜਾਬ 'ਚ ਤੁਸੀਂ ਬਦਲਾਵ ਚਾਹੁੰਦੇ ਹੋ ਨਾ, 10 ਸਾਲ ਪੰਜਾਬ ਦੇ ਸਕੂਲਾਂ ਦੀ ਤੇ ਕਾਲਜਾਂ ਦੀ ਪੜ੍ਹਾਈ ਨੰਬਰ 1 ਤੇ ਫ੍ਰੀ ਕਰ ਦਿਓ। ਬਦਲਾਵ 10 ਸਾਲ ਬਾਅਦ ਆਪੇ ਹੀ ਆ ਜਾਊਗਾ, ਜਦੋਂ ਬੱਚੇ ਐਜੂਕੇਟਡ ਹੋ ਜਾਣਗੇ, ਬੱਚਿਆਂ ਨੂੰ ਆਪਣੇ ਹੱਕ ਲੈਣੇ ਆ ਜਾਣਗੇ, ਬੱਚਿਆਂ ਨੂੰ ਇਹ ਸਿੱਖਿਆਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਪੜ੍ਹਿਆ ਲਿਖਿਆ ਬੱਚਾ ਇੱਥੇ ਰਹਿ ਕੇ ਰਾਜੀ ਨਹੀਂ। ਪੜ੍ਹਾਈ ਐਡੀ ਮਹਿੰਗੀ ਹੈ, ਚੰਗੇ ਲੋਕ ਬਾਹਰ ਪੜ੍ਹਾ ਲੈਂਦੇ ਨੇ, ਇੱਥੇ ਪੜ੍ਹਾਈ ਹੈ ਨਹੀਂ। ਜਿਹੜੇ ਬੰਦੇ ਨੇ ਬਦਲਾਵ ਲੈ ਕੇ ਆਉਣਾ, ਉਹ ਹਮੇਸ਼ਾ ਗਰੀਬ ਲੈ ਕੇ ਆਉਂਦੇ ਨੇ। ਤਗੜੇ ਬੰਦੇ ਦੇ ਕਾਰੋਬਾਰ ਹੀ ਐਡੇ ਸੈੱਟ ਨੇ ਕਿ ਉਹਦਾ ਬੱਚਾ ਕਾਰੋਬਾਰ 'ਚ ਹੀ ਸੈੱਟ ਹੋ ਜਾਂਦਾ। ਹਮੇਸ਼ਾ ਬਦਲਾਵ ਗਰੀਬ ਲੈ ਕੇ ਆਉਂਦਾ। ਜਦੋਂ ਗਰੀਬ ਬੱਚਿਆਂ ਨੂੰ ਪੜ੍ਹਾਈ ਮੁਫਤ ਮਿਲਣੀ ਸ਼ੁਰੂ ਹੋ ਜੂਗੀ ਤੇ ਇਸ ਸੂਬੇ 'ਚ ਬਦਲਾਵ ਆ ਜਾਊਗਾ। ਉਹਨੇ ਦਿੱਲੀ 2 ਕੰਮ ਕੀਤੇ ਨੇ, ਮੈਡੀਕਲ ਵਧੀਆ ਚੱਲ ਰਿਹਾ, ਦਿੱਲੀ ਦੇ ਵਿੱਚ ਐਜੂਕੇਸ਼ਨ। ਅੱਜ ਮੈਨੂੰ ਪਤਾ ਲੱਗਾ ਸੀਗਾ ਕਿ ਮੈਂ 2-3 ਦਿਨ ਪਹਿਲਾਂ ਮੇਰੀ ਇਹਨਾਂ ਦੇ ਕਿਸੇ ਬੰਦੇ ਨਾਲ ਮੁਲਾਕਾਤ ਹੋਈ ਕਿ ਸਭ ਤੋਂ ਵੱਡਾ ਜਿਹੜਾ ਸਟੈਂਡਰਡ ਹੈ ਉਹ ICSE ਦਾ ਹੈ। ਉਸ ਤੋਂ ਉੱਪਰ ਇੱਕ ਸਟੈਂਡਰਡ ਹੈ, ਮੈਨੂੰ ਨਾਂ ਨਹੀਂ ਉਹਦਾ ਆ ਰਿਹਾ ਕਿ IBM ਕੇ ਕੀ ਉਹਨੂੰ ਕਹਿੰਦੇ ਨੇ, ਉਹ ਵੀ ਸਕੂਲ ਅਫੀਲੀਏਟਡ ਕਰਕੇ ਦਿੱਲੀ ਦੇ ਵਿੱਚ ਉਹ ਲੈ ਕੇ ਆ ਰਿਹਾ ਕਿ ਜਿਹੜੀ ਸਿੱਖਿਆ ਤੁਸੀਂ ਲੰਡਨ ਉਹ ਲੈਣ ਜਾਂਦੇ ਹੋ, ਉਹ ਤੁਹਾਨੂੰ ਦਿੱਲੀ ਦੇ ਵਿੱਚ ਮਿਲੂਗੀ। ਉਹ ਇੱਥੇ ਕਿਉਂ ਨਹੀਂ ਹੋ ਸਕਦਾ? ਕਾਰਨ ਕੀ ਹੈ? ਹੁਣ ਪੰਜਾਬ ਦੇ ਵਿੱਚ ਰੈਵਨਿਊ ਦੀ ਕਮੀ ਹੈ ਕੋਈ? ਸ਼ਰਾਬ ਤੋਂ ਕਿੰਨੇ ਪੈਸੇ ਆਉਂਦੇ? ਮੈਂ ਬਾਰ-ਬਾਰ ਦਵਾਈ ਦਿੱਤੀ, 5000 ਕਰੋੜ ਰੁਪਈਆ, 2.25 ਕਰੋੜ ਦੇ ਕਰੀਬ ਪੰਜਾਬ ਦੀ ਆਬਾਦੀ ਆ। ਤੇ ਮੈਂ ਹਮੇਸ਼ਾ ਦਵਾਈ ਦਿੱਤੀ ਸੀ ਕਿ ਦਿੱਲੀ ਦੇ ਵਿੱਚ ਠੇਕੇ ਸਰਕਾਰੀ ਨੇ, ਪੰਜਾਬ 'ਚ ਕਿਉਂ ਨਹੀਂ ਹੋ ਸਕਦੇ, ਰੈਵਨਿਊ ਵੱਧ ਆ ਸਕਦਾ। ਅੱਜ ਮੈਨੂੰ ਪਤਾ ਲੱਗਾ ਕਿ ਉਹਨੇ ਦਿੱਲੀ ਠੇਕੇ ਵੀ ਪ੍ਰਾਈਵੇਟ ਕਰ ਦਿੱਤੇ, ਪਰ ਇਹ ਪੰਜਾਬ ਦੀ ਤਰਜ਼ ਤੇ ਨਹੀਂ। ਉਹਨੂੰ ਦਿੱਲੀ ਮਤਲਬ 2 ਕਰੋੜ ਦੀ ਆਬਾਦੀ ਆ ਤੇ 4200 ਕਰੋੜ ਰੁਪਈਆ ਆਉਂਦਾ ਸੀਗਾ, ਜਿਹੜਾ ਸ਼ਰਾਬ ਦਾ ਆਉਂਦਾ ਸੀਗਾ। ਉਹਦੇ ਨਾਲ ਉਹਨੇ ਹੁਣ ਠੇਕੇ ਜਿਹੜੇ ਨਿਲਾਮ ਕੀਤੇ ਨੇ ਪ੍ਰਾਈਵੇਟ, 10,000 ਕਰੋੜ ਰੁਪਈਆ ਉਹਨੇ ਰੈਵਨਿਊ ਜਿਹੜਾ ਇਕੱਠਾ ਕੀਤਾ 2 ਕਰੋੜ ਦੀ ਆਬਾਦੀ ਤੋਂ। ਤੇ ਸਾਡੀ 2.25 ਦੀ ਹੈ ਨਾ, ਤੇ ਸਾਡੇ ਸ਼ਰਾਬ ਵੀ ਵੱਧ ਪੀਂਦੇ ਨੇ ਨਾ, ਫਿਰ ਇੱਥੇ 15,000 ਕਰੋੜ ਦਾ ਰੈਵਨਿਊ ਕਿਉਂ ਨਹੀਂ ਹੋ ਸਕਦਾ? ਮਤਲਬ ਕੋਈ ਧਿਆਨ ਹੀ ਨਹੀਂ ਦੇਣਾ ਚਾਹੁੰਦਾ। ਰੈਵਨਿਊ ਹਰ ਬੰਦਾ ਲੁੱਟ ਰਿਹਾ, ਜਿੱਥੇ ਉਹਦੇ ਕੰਮ ਠੀਕ ਨੇ, ਪਰ ਮੈਂ ਉਸ ਬੰਦੇ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਕਿ ਕੇਜਰੀਵਾਲ ਸਾਹਿਬ, ਤੇਰਾ ਸੁਪਨਾ ਕੋਈ ਪੰਜਾਬ 'ਚ ਸਰਕਾਰ ਬਣਾਉਣਾ ਨਹੀਂ ਹੈ। ਤੇਰਾ ਮੇਨ ਟੀਚਾ ਹੈ ਕਿ ਤੂੰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਆਉਣਾ ਚਾਹੁੰਦਾ। ਜੇ ਤੂੰ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਤੇ ਪਹਿਲੀ ਜਿਹੜੀ ਪੌੜੀ ਹੈ ਨਾ, ਉਹ ਪੰਜਾਬ ਦੀ ਪੌੜੀ ਪੈਰ ਰੱਖ ਕੇ ਚੜ੍ਹਿਆ ਜਾਣਾ, ਨਹੀਂ ਤੇ ਤੁਸੀਂ ਨਹੀਂ ਬਣ ਸਕਦੇ। ਜੇ ਤੁਸੀਂ ਪੰਜਾਬ ਲਈ ਸਿਰਦ ਨਾ ਹੋਏ ਤੇ ਤੁਹਾਨੂੰ ਵੀ ਮਹਾਰਾਜ ਦੱਸੂਗਾ ਵੀ ਤੁਸੀਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸਾਰੀ ਉਮਰ ਨਹੀਂ ਬਣ ਸਕੋਗੇ। ਮੈਂ ਗੱਲਾਂ ਅੱਜ ਤੁਹਾਡੇ ਲੁਧਿਆਣੇ ਦਾ ਹੀ ਇੱਕ ਮੇਰੇ ਕੋਲ ਕੇਸ ਹੈ, ਮਤਲਬ ਰੈਵਨਿਊ ਕਿੱਥੇ ਨਹੀਂ ਲੁੱਟਿਆ ਜਾ ਰਿਹਾ, ਕੀ ਨਹੀਂ ਕੀਤਾ ਜਾ ਰਿਹਾ, ਸਾਡੇ ਲੋਕਾਂ ਕੋਲ ਹੈ ਕੀ ਹੈ? ਇੱਥੇ ਵਾਕਈ ਫਿਕਸ ਮੈਚ ਸਰਕਾਰ ਚੱਲਦੀ ਹੈ। ਤੇ ਹੁਣ ਆਖਰੀ ਸਵਾਲ ਇਹੀ ਹੈ ਕਿ ਹੁਣ ਅਗਲੀ ਭਵਿੱਖਬਾਣੀ ਕੀ ਅੱਜ ਕਰਕੇ ਜਾਓਗੇ? ਕਾਂਗਰਸ ਦੇ ਵਿੱਚ ਹੁਣ ਕੀ ਹੋਊਗਾ? ਨਵਜੋਤ ਸਿੰਘ ਸਿੱਧੂ ਦਾ ਕੀ ਬਣੂਗਾ ਜਾਂ ਸੁਖਬੀਰ ਬਾਦਲ ਹੋਰੀ ਹੁਣ ਇਲੈਕਸ਼ਨ ਕੀ ਰਹੇ ਨੇ? ਕੀ ਭਵਿੱਖਬਾਣੀ ਹੁਣ ਅੱਗੇ ਤੁਸੀਂ ਦੇਖਦੇ ਹੋ? ਮੈਂ ਤੁਹਾਨੂੰ ਕਹਿਤਾ ਜੀ, ਥੋੜੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਰੁੱਸ ਕੇ ਬਹਿ ਜਾਣਗੇ। ਮਤਲਬ ਇਹਨਾਂ ਦੀ ਮਰਜ਼ੀ ਮੁਤਾਬਕ ਚੱਲ ਨਹੀਂ ਨਾ ਰਿਹਾ। MLA ਸਾਰੇ ਉਹਨੇ ਆਪਣੇ ਉਹੀ ਹੁੰਦਾ ਜੋ ਤੁਸੀਂ ਕਹਿ ਕੇ, ਤੁਸੀਂ ਹੁਣ ਵੀ ਦੇਖੋ ਜੀ, ਉਹ ਥੋੜੇ ਦਿਨਾਂ 'ਚ ਰੁੱਸ ਕੇ ਬਹਿ ਜਾਣਗੇ। ਦੁਬਾਰਾ ਮਤਲਬ ਮਨ ਮਨੌਤੀਆਂ ਸ਼ੁਰੂ ਹੋਣਗੀਆਂ, ਜਾਂ ਉਹਨਾਂ ਨੂੰ ਹੁਣੇ ਫੀਲ ਹੋਣਾ ਸ਼ੁਰੂ ਹੋ ਗਿਆ ਨਵਜੋਤ ਸਿੰਘ ਸਿੱਧੂ ਨੂੰ ਕਿ ਮੈਂ ਕਾਂਗਰਸ ਦਾ ਪ੍ਰਧਾਨ ਬਣ ਕੇ ਗਲਤੀ ਕਰ ਲਈ ਹੈ। ਇਹਦੇ ਨਾਲੋਂ ਮੈਂ ਆਮ ਆਦਮੀ ਚੱਲ ਜਾਂਦਾ ਜਾਂ ਮੈਂ ਕੋਈ ਤੀਜੀ ਧਿਰ ਬਣਾ ਲੈਂਦਾ ਤੇ ਸ਼ਾਇਦ ਮੈਨੂੰ ਲੋਕ ਜ਼ਿਆਦਾ ਮਾਣ ਤਾਣ ਦਿੰਦੇ ਤੇ ਮੇਰੇ ਕੋਲ ਇੰਨੇ ਸਵਾਲ ਵੀ ਨਾ ਹੁੰਦੇ। ਅੱਜ ਹਾਲਾਤ ਇਹ ਨੇ ਵੀ ਸਾਰੀ ਸਰਕਾਰ ਤੂੰ ਚਲਾਉਣ ਡਿਆ, ਨਾਲ ਆਪਣੇ ਤੂੰ ਲਈ ਫਿਰਦਾ ਮੰਤਰੀ MLA, ਫਿਰ ਅੱਜ ਪੰਜਾਬ ਦੇ ਮੁੱਦੇ ਕਿਉਂ ਨਹੀਂ ਹੱਲ ਹੋ ਰਹੇ? ਲੁਧਿਆਣੇ ਦਾ ਇੱਕ ਮੁੱਦਾ ਦੱਸ ਦਿਆਂ ਜੀ ਤੁਹਾਨੂੰ। ਤੁਹਾਡੇ ਇੱਥੇ ਮੈਂ ਅੱਜ ਆਇਆ, ਐਡਵਰਟਾਈਜ਼ਮੈਂਟ ਦੇ ਬੋਰਡ ਲੱਗੇ ਨੇ। ਦੇਖੋ, ਸਿੱਧੂ ਸਾਹਿਬ ਨੇ ਇਹਦੇ ਉੱਤੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਿ ਇਹ ਜਦੋਂ ਲੋਕਲ ਬਾਡੀ ਮਿਨਿਸਟਰ ਸੀਗੇ, ਇਹ ਅਕਾਲੀ ਦਲ ਦੇ ਬੰਦੇ ਦੀ ਹੈ, ਮਤਲਬ ਐਡਵਰਟਾਈਜ਼ਮੈਂਟ ਏਜੰਸੀ ਹੈ, ਇਹਨੂੰ ਬੰਦ ਕਰਨਾ ਚਾਹੀਦਾ। ਇਹ ਰੈਵਨਿਊ ਇੱਥੋਂ 8-10 ਕਰੋੜ ਆ ਰਿਹਾ, ਇਹਨੂੰ ਵਧਾ ਕੇ ਮੈਂ 40-50 ਕਰੋੜ ਕਰ ਦੂੰਗਾ। ਉੱਥੇ ਦੇਖੋ ਤੁਸੀਂ, ਉਹ ਕੰਪਨੀ ਨੂੰ ਉਹ ਡੀਬਾਰ ਕਰ ਦਿੰਦਾ ਤੇ ਉਹ ਸ਼ਦਾਈ ਬੰਦਾ ਹੈ। ਮਤਲਬ ਮੈਂ ਉਹਨੂੰ ਕਹਿੰਦਾ ਵੀ ਉਹਨੂੰ ਇੰਨੀ ਸਮਝ ਨਹੀਂ। ਉਸ ਤੋਂ ਬਾਅਦ ਉਹ ਫਰਮ ਦਾ ਮਾਲਕ ਸੇਮ ਹੀ ਰਹਿੰਦਾ ਹੈ, ਉਹ ਕੰਪਨੀ ਦੂਜੀ ਰਜਿਸਟਰਡ ਕਰਾ ਕੇ ਤੇ ਆਪਣੇ ਨਾਂ ਦੇ ਉੱਤੇ ਉਹ ਫਰਮ ਲੈ ਜਾਂਦਾ। ਉਸ ਤੋਂ ਅੱਗੇ ਲੁੱਟ ਕੀ ਮੱਚਦੀ ਹੈ? ਇਹ ਜਿਹੜਾ ਟੈਂਡਰ ਜਾਂਦਾ ਹੈ ਮੇਰਾ ਖਿਆਲ 23-24 ਕਰੋੜ ਰੁਪਏ ਦੇ ਵਿੱਚ। ਪਿੱਛੇ ਜੇ ਕੋਵਿਡ ਆ ਗਿਆ, ਆਮ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਕਿ ਜੇ ਮੈਂ ਕਮਰਸ਼ੀਅਲ ਅਦਾਰਾ ਨਹੀਂ ਚਲਾਇਆ ਤੇ ਮੇਰੀ ਬੱਤੀ ਦਾ ਬਿੱਲ ਨਹੀਂ ਆਉਣਾ ਚਾਹੀਦਾ। ਲੋਕਾਂ ਨੂੰ ਬਿੱਲ ਪੂਰੇ ਲੱਗੇ ਨੇ। ਉਹ ਵੱਡੀ ਕੰਪਨੀ ਹੈ, ਮਤਲਬ ਕਾਲੀਆਂ ਨਾਲ ਰਲੀ ਕੰਪਨੀ ਹੈ, 75-25 ਮੈਚ ਫਿਕਸ ਹੈ। 23 ਕਰੋੜ ਦਾ ਜਿਹੜਾ ਉਹ ਕਾਰਪੋਰੇਸ਼ਨ 'ਚ ਕੋਈ ਮਤਾ ਪਾ ਲਿਆ ਜਾਂਦਾ ਹੈ ਕਿ ਇਹਦਾ ਇਹ ਘਟਾ ਕੇ ਇਹਨੂੰ 14 ਕਰੋੜ ਕਰ ਦਿੱਤਾ ਜਾਵੇ। ਮਤਲਬ ਵੱਡੇ ਲੋਕਾਂ ਨੂੰ ਸਹੂਲਤ ਹੈਗੀ ਹੈ ਵੀ 14 ਕਰੋੜ ਤੇ ਉਹ ਵੀ ਉਹ ਜਮ੍ਹਾਂ ਨਹੀਂ ਕਰਾਉਂਦੇ ਟੈਕਸ। ਤੇ ਇਸ ਤੋਂ ਉੱਤੇ ਲੁੱਟ ਦੱਸਾਂ ਤੁਹਾਨੂੰ ਕੀ ਹੈ? ਇਹ ਜਿਹੜੇ ਐਡਵਰਟਾਈਜ਼ਮੈਂਟ ਬੋਰਡ ਲੱਗੇ ਨੇ ਉਹਦੇ ਉੱਤੇ ਐਡ ਵੀ ਸਰਕਾਰੀ ਚੱਲ ਰਹੀ ਹੈ। ਮਤਲਬ ਹਾਲ ਉਹ ਬਣ ਗਿਆ ਵੀ ਸਰਕਾਰ ਦੇ ਆਪਣੇ ਹੀ ਬੋਰਡ ਕਾਰਪੋਰੇਸ਼ਨ ਦੇ, ਤੇ ਕਾਰਪੋਰੇਸ਼ਨ ਹੀ ਪੇ ਕਰ ਰਹੀ ਹੈ ਪ੍ਰਾਈਵੇਟ ਕੰਪਨੀ ਨੂੰ, ਤੇ ਜਿਹੜੇ ਪੈਸੇ ਉਹਨੂੰ ਜਮ੍ਹਾਂ ਕਰਾਉਣੇ ਚਾਹੀਦੇ ਨੇ ਕਾਰਪੋਰੇਸ਼ਨ ਨੂੰ ਉਹ ਕਰਾ ਨਹੀਂ ਰਹੇ। ਕਹਿਣ ਦਾ ਭਾਵ ਵੀ ਤੁਸੀਂ ਆਪਣਾ ਮਕਾਨ ਆਪੇ ਹੀ ਕਿਰਾਏ ਤੇ ਲੈ ਕੇ ਦੇ ਵਿੱਚ ਕਿਰਾਏਦਾਰ ਤੁਸੀਂ ਬਣ ਗਏ। ਇਹੋ ਜਿਹੇ ਹਾਲਾਤ ਜਿਹੜੇ ਬਣੇ ਪਏ ਨੇ ਤੇ ਸਿੱਧੂ ਸਾਹਿਬ ਇਹਦੇ ਤੇ ਕੰਮ ਕਰੋ। ਉਹ ਕੰਪਨੀ ਸਰਕਾਰ ਨੂੰ ਟੈਕਸ ਭਰੇ ਨਾ, ਤੇ ਸਰਕਾਰ ਉਹਨਾਂ ਨੂੰ ਹੱਥੋਂ ਪੈਸੇ ਦੇਈ ਜਾ ਰਹੀ ਹੈ। ਹਾਲਾਤ ਕੀ ਹੈ ਕਿ ਉਹ ਕੰਪਨੀ ਦਾ ਜਿਹੜਾ ਮਾਲਕ ਹੈ ਉਹ ਪੁਰਾਣੇ ਕਿਸੇ ਅਕਾਲੀ ਮੰਤਰੀ ਦਾ ਰਿਸ਼ਤੇਦਾਰ ਹੈ।
ਉਸ ਕੰਪਨੀ ਨੂੰ ਜੇ ਬਾਹਰੋਂ ਐਡਵਰਟਾਈਜ਼ਮੈਂਟ ਨਹੀਂ ਮਿਲ ਰਹੀ ਕੋਵਿਡ ਦੇ ਦੌਰਾਨ ਜਾਂ ਕਿਤੇ ਵੀ ਹੈ, ਤੇ ਸਰਕਾਰ ਉਹਨੂੰ ਆਪਣੀ ਐਡਵਰਟਾਈਜ਼ਮੈਂਟ ਦੇ ਰਹੀ ਹੈ ਕਿ ਕੈਪਟਨ ਦੀਆਂ ਫੋਟੋਆਂ ਲਾ ਕੇ ਤੇ ਲੋਕਲ ਤੁਹਾਡੇ ਮੰਤਰੀਆਂ ਐਮਐਲਏ ਦੀਆਂ ਫੋਟੋਆਂ ਲਾ ਕੇ ਵੀ ਕੋਲੋਂ ਪੈਸੇ ਦੇ ਰਹੀ ਆ ਵੀ ਲੈ ਕਾਕਾ ਤੇਰਾ ਮਤਲਬ ਤੁਸੀਂ ਗਾਂ ਇਲੈਕਸ਼ਨ ਲੜਨੀ ਆ, ਤੁਹਾਡੇ ਕੋਲ ਕਿਤੇ ਪੈਸੇ ਦੀ ਕਮੀ ਨਾ ਰਹਿ ਜੇ। ਆਹ ਹਾਲਾਤ ਦੇਖੋ ਸੂਬੇ ਦੇ ਬਣਾਏ ਹੋਏ ਨੇ। ਸਾਡੇ ਉੱਥੇ ਤੁਸੀਂ ਚੱਲ ਜਾਓ 20 ਕਰੋੜ ਰੁਪਏ ਦੀ ਕਣਕ ਇੱਕ ਇੰਸਪੈਕਟਰ ਖਾ ਜੇ ਯਾਰ। ਇੱਕ ਇੰਸਪੈਕਟਰ ਕੋਲ ਇੱਕ ਗਦਾਮ ਨਹੀਂ ਹੁੰਦਾ ਤੇ ਇੱਕ ਇੰਸਪੈਕਟਰ ਨੂੰ 10 ਗਦਾਮ ਦਿੱਤੇ। ਆ ਜਿਹੜਾ ਮਦਨ ਲਾਲ ਜਲਾਲਪੁਰ ਸੀਗਾ, ਇਹਦਾ ਮਤਲਬ ਨਾਮ ਵੱਜਾ ਕਿ ਇਹਦਾ ਭਾਣਜਾ ਹੈ, ਤੇ ਮਦਨ ਲਾਲ ਜਲਾਲਪੁਰ ਦੀ ਅਗਲੇ ਦਿਨ ਸਟੇਟਮੈਂਟ ਆਉਂਦੀ ਆ, ਮੇਰਾ ਭਾਂਜਾ ਨਹੀਂ ਹੈਗਾ, ਮੇਰਾ ਨਾਂ ਬਦਨਾਮ ਕੀਤਾ ਜਾ ਰਿਹਾ, ਮੈਂ ਕੇਸ ਕਰੂੰਗਾ। ਮੈਂ ਉਹਨੂੰ ਚੈਲੰਜ ਕਰਦਾ, ਲੈ ਕਰ ਮੇਰੇ ਤੇ ਕੇਸ। ਉਸੇ ਘਰ 'ਚ ਰਹਿੰਦਾ ਜਿਹਦੇ 'ਚ ਤੇਰਾ ਭਾਂਜਾ ਰਹਿੰਦਾ, ਰਣਜੀਤ ਐਵਨਿਊ ਦੇ ਵਿੱਚ ਉਹਦਾ 564 ਕੇ ਕਿੰਨਾ ਨੰਬਰ ਹੈ, 20 ਨੰਬਰ। ਤੂੰ ਕਿਸ ਤਰ੍ਹਾਂ ਮੁੱਕਰਦਾ? ਔਰ ਉਹ ਕਣਕ ਗਈ ਕਿੱਥੇ? ਹੋ ਸਕਦਾ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਉੱਥੋਂ ਫੜੀਆਂ ਰਾਜਪੁਰੇ ਦੇ ਵਿੱਚ ਉੱਥੋਂ ਚੱਲਦੀਆਂ ਹੁਣ, ਐਵੇਂ ਫੌੜ ਮਾਰ ਦੇਣਾ। ਤੇ ਇੱਕ ਪਾਸੇ ਇਹ ਕਰਦੇ ਕੀ ਨੇ? ਇਸ਼ੂ ਚੁੱਕਿਆ ਕਿਸੇ ਨੇ, ਵਿਰੋਧੀ ਪਾਰਟੀ ਨੇ, ਅੰਦਰ ਜਾ ਕੇ ਉਹਨਾਂ ਦੇ ਗੋਡੇ ਘੁੱਟਦੇ ਨੇ ਜਾਂ ਅੰਦਰ ਜਾ ਕੇ ਉਹਨਾਂ ਨਾਲ ਸੌਦੇਬਾਜ਼ੀ ਕਰਦੇ ਨੇ ਤੇ ਬਾਹਰ ਆ ਕੇ ਕਾਪੀ 'ਚ ਫੌੜ ਮਾਰ ਦਿੰਦੇ ਨੇ, ਮੇਰੇ ਤੇ ਕਰਕੇ ਵਿਖਾਓ, ਮੇਰਾ ਝੂਠਾ ਨਾਂ ਲਿਆ। ਨਾ ਮੁੜ ਕੇ ਵਿਰੋਧੀ ਬੋਲਦੇ ਨੇ ਕਿਉਂਕਿ ਮੈਚ ਫਿਕਸ ਹੋ ਜਾਂਦਾ। ਲੈ ਮੈਂ ਤੈਨੂੰ ਕਹਿੰਦਾ ਮੈਨੂੰ ਚੁੱਪ ਕਰਾ ਕੇ ਵਿਖਾ, ਤੇਰੇ ਮੈਂ ਜਲਾਲਪੁਰ ਤੱਕ ਉਹਦੇ ਕਾਗਜ਼ਾਂ ਦੀ ਲੈਣ ਲਾ ਦੂੰਗਾ ਵੀ ਤੇਰੇ ਨਾਲ ਰਿਸ਼ਤੇਦਾਰੀ ਹੈਗੀ ਕਿ ਨਹੀਂ, ਲੋਕੇਸ਼ਨਾਂ ਕਢਾ ਦੂੰ ਤੇਰੇ ਸਕੇ ਭਾਂਜੇ ਦੇ ਨਾਲ, ਉਹਦੇ ਚਾਚੇ ਤਾਏ ਦਾ ਮੁੰਡਾ ਹੋਊਗਾ ਕੋਈ। ਤੁਸੀਂ ਮੁੱਕਰ ਕਿੱਦਾਂ ਸਕਦੇ ਹੋ? ਮਤਲਬ ਸੌਖਾ ਬੜਿਆ ਹੋਇਆ ਨਾ। ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਉਹ ਵੀ ਉਹਦੀ ਤਾਰੀਫ ਕਰਨੀ ਸ਼ੁਰੂ ਹੋ ਗਿਆ ਤੇ ਅੱਜ ਜਿਹੜੀ ਉਹ ਜਾਂਚ ਉਹਦੇ ਤੱਕ ਜਾਂਦੀ ਜਾਂਦੀ ਉਹ ਰੁਕ ਗਈ। ਇਹ ਹਾਲਾਤ ਬਣੇ ਨੇ ਪੰਜਾਬ ਦੇ, ਜਾਈਏ ਕਿੱਥੇ ਹੁਣ? ਮਤਲਬ ਮੈਂ ਫਿਰ ਕਹਿੰਦਾ ਵੀ ਸਾਡੇ ਕੋਲ ਇੱਥੇ ਚੋਰ ਕੁੱਤੀ ਰਲ ਗਏ ਵੀ ਵਿੱਚੋਂ ਵਿੱਚ ਹੀ ਖਾਈ ਜਾ, ਉੱਤੋਂ ਰੌਲਾ ਪਾਈ ਜਾ। ਇਹੋ ਹਾਲਾਤ ਬਣੇ ਨੇ ਵੀ ਅੰਨੀ ਪੀਵੇ ਤੇ ਕੁੱਤੀ ਚੱਟੇ। ਇਹ ਹਾਲਾਤ ਇਹਨਾਂ ਸਾਡੇ ਬਣਾਤੇ। ਔਰ ਅਖੀਰ 'ਚ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਵੀ A to Z ਰਲ ਗਏ। ਜਿੰਨਾ ਰੋਕਣਾ ਸੀਗਾ ਉਹ ਵੀ ਰਲ ਗਏ, ਜਿਹੜੇ ਕਰਦੇ ਸੀਗੇ ਉਹ ਮੁੜ ਨਹੀਂ ਰਹੇ। ਵੀ ਕੁਦਰਤ ਦਾ ਵਰਤਾਰਾ ਵੇਖੋ, ਸੱਪ ਖੇਡਦੇ ਮੋਰਾਂ ਨਾਲ। ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ, ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾਂ ਨਾਲ। ਕਿੱਥੇ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ। ਇਹ ਚੋਰ ਕੁੱਤੀ ਇੱਕ ਨੇ ਜੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਾਡੇ ਨਾਲ ਮਨਦੀਪ ਸਿੰਘ ਮੰਨਾ ਜਿਨ੍ਹਾਂ ਆਪਾਂ ਗੱਲਬਾਤ ਕੀਤੀ ਹੈ ਤੇ ਇੱਕ ਭਵਿੱਖਬਾਣੀ ਹੋਰ ਅੱਜ ਕਰਕੇ ਚੱਲੇ ਨੇ ਕਿ ਕੁਝ ਹੀ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੁਹਾਨੂੰ ਹੁਣ ਆਪਣੀ ਹੀ ਫਿਰ ਕਾਂਗਰਸ ਤੋਂ ਰੁੱਸੇ ਹੋਏ ਨਜ਼ਰ ਆਉਣਗੇ। ਅਤੇ ਹੋਰ ਵੀ ਆਪਾਂ ਮੁੱਦਿਆਂ ਤੇ ਗੱਲ ਕੀਤੀ ਹੈ। ਤਾਂ ਹੁਣ ਕੀ ਭਵਿੱਖਬਾਣੀ ਨੇ ਸੱਚ ਹੁੰਦੀ ਹੈ ਕਿ ਨਹੀਂ, ਤਾਂ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਕੈਮਰਾਮੈਨ ਦੀਪਕ ਅਤੇ ਸਤਵੰਤ ਦੇ ਨਾਲ ਸਨਮਜੀਤ ਸਿੰਘ ਬੱਲਾ, ਲੁਧਿਆਣਾ।